ਸੂਰਠ ਮਹਲਾ ਪੰਜਵਾ। ਘਰ ਪਹਿਲਾ ਆਸਟਪਦੀਆ। ਇਕ ਓੰਕਾਰ ਸਤਿਗੁਰ ਪ੍ਰਸਾਦ। ਸਭ ਜਗ ਜਿਨਹਿ ਉਪਾਇਆ ਭਾਈ। ਕਰਨ ਕਾਰਨ ਸਮਰੱਥ। ਜੀਉ ਪਿੰਡ ਜਿਨ ਸਾਜਿਆ ਭਾਈ। ਦੇ ਕਰ ਆਪਣੀ ਵਾਥ। ਸਭ ਜਗ ਜਿਨਹਿ ਉਪਾਇਆ ਭਾਈ। ਕਰਨ ਕਾਰਨ ਸਮਰੱਥ। ਜੀਉ ਪਿੰਡ ਜਿਨ ਸਾਜਿਆ ਭਾਈ। ਦੇ ਕਰ ਆਪਣੀ ਵਾਥ। ਕਿਨ ਕਹੀਐ ਕਿਉ ਦੇਖੀਐ ਭਾਈ। ਕਰਤਾ ਏਕ ਅਕਥ। ਗੁਰ ਗੋਬਿੰਦ ਸਲਾਹੀਐ ਭਾਈ। ਜਿਸ ਤੇ ਜਾਪੈ ਤਥ। ਮੇਰੇ ਮਨ ਜਪੀਐ ਹਰਿ ਭਗਵੰਤਾ। ਨਾਮ ਦਾਨ ਦੇ ਜਨ ਆਪਣੇ। ਦੁਖ ਦਰਦ ਕਾ ਹੰਤਾ। ਮੇਰੇ ਮਨ ਜਪੀਐ ਹਰਿ ਭਗਵੰਤਾ। ਨਾਮ ਦਾਨ ਦੇ ਜਨ ਆਪਣੇ। ਦੁਖ ਦਰਦ ਕਾ ਹੰਤਾ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤ ਸੰਗਤ ਜੀਓ। ਚਵਰ ਛਤਰ ਤਖਤ ਦੇ ਮਾਲਕ। ਜੋਗੋ ਜੋਗੇ ਢਲ ਸ਼ਬਦ ਗੁਰ ਪੀਰਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਜੋ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਹੁਕਮ ਬਖਸ਼ਿਸ਼ ਕੀਤਾ ਹੈ। ਅਸ਼ਟਪਦੀ ਹੈ। ਸਾਹਿਬ ਗੁਰੂ ਅਰਜਨ ਦੇਵ ਜੀ ਦਾ ਵਿਚਾਰਨ ਕੀਤਾ ਹੋਇਆ ਇਹ ਸ਼ਬਦ ਸੋਠ ਰਾਗ ਵਿੱਚ ਹੈ। ਘਰ ਪਹਿਲੇ ਵਿੱਚ ਗਾਉਣ ਦੀ ਹਦਾਇਤ ਹੈ। ਅੰਕ 639 ਤੇ ਸੁਭਾਇਮਾਨ ਹੈ। ਰਹਾਉ ਤੱਕ ਪਾਠ ਆਪਣੇ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਪਾਸੋਂ ਸਰਵਣ ਕੀਤਾ ਹੈ। ਮੈਂ ਵਿਚਾਰ ਆਰੰਭ ਕਰਨ ਤੋਂ ਪਹਿਲੇ ਬੇਨਤੀ ਕਰਾਂ, ਆਪਣੇ ਮਨ ਨੂੰ ਮੁਖਾਤਬ ਕਰਕੇ ਸਤਿਗੁਰਾਂ ਨੇ ਬਹੁਤ ਵਾਰ-ਵਾਰ ਆਖਿਆ। ਉਸ ਦਾ ਕਾਰਨ ਹੈ ਬੰਦਾ ਦੂਸਰੇ ਨੂੰ ਤੇ ਬਹੁਤ ਕੁਛ ਕਹਿੰਦਾ ਪਰ ਆਪਣੇ ਆਪ ਵੱਲ ਧਿਆਨ ਹੀ ਨਹੀਂ ਜਾਂਦਾ। ਸ਼ਾਇਦ ਉਹ ਕਹਾਣੀ ਸੁਣੀ ਹੋਵੇਗੀ ਕਿ 17 ਜੁਲਾਈ ਤੁਰ ਪਏ। ਨਦੀ ਪਾਰ ਕੀਤੀ ਗਿਣਨ ਤੇ 16 ਬਣਨ। ਰੋਣ ਲੱਗ ਪਏ। ਇੱਕ ਡੁੱਬ ਗਿਆ ਤੇ ਇੱਕ ਸਿਆਣਾ ਆ ਗਿਆ। ਉਹਨੇ ਕਿਹਾ ਕਿੰਨੇ ਸੌ? ਕਹਿਣ ਲੱਗੇ ਜੀ 17। 16 ਰਹਿ ਗਏ। ਉਹਨੇ ਵੇਖਿਆ 17 ਹੀ। ਕਹਿਣ ਲੱਗੇ ਹੁਣ ਗਿਣੋ। ਗਿਣੇ ਤੇ ਉਹ 16 ਹੀ ਬਣਨ। ਕਹਿਣ ਲੱਗਾ ਪੂਰੇ ਕਰ ਦਿਆਂਗਾ ਪਰ ਇੱਕ ਇੱਕ ਥੱਪੜ ਵੱਜੇਗਾ। ਕਹਿਣ ਲੱਗਾ ਮਾਰ ਲਓ, ਸਾਡੇ ਬੰਦੇ ਪੂਰੇ ਕਰ ਦਿਓ। ਉਹਨੇ ਜਦੋਂ ਥੱਪੜ ਮਾਰੇ 17 ਤੇ ਕਹਿਣ ਲੱਗੇ ਉਹ ਭਲੇ ਲੋਕਾ
ਗਿਣਨ ਲੱਗਿਆਂ ਆਪਣੇ ਆਪ ਨੂੰ ਛੱਡ ਜਾਂਦਾ ਸਾਂ, ਦੂਸਰੇ ਤੋਂ ਸ਼ੁਰੂ ਕਰਦਾ, ਆਪਣੇ ਤੋਂ ਕਰ ਇੱਕ। ਸੱਚ ਇਹ ਹੈ ਜਿਹੜਾ ਦੂਸਰੇ ਹੀ ਗਿਣਦਾ ਰਹਿੰਦਾ ਥੱਪੜ ਹੀ ਖਾਂਦਾ, ਜੰਮਦੇ ਵੀ ਥੱਪੜ ਖਾਂਦਾ। ਸਤਿਗੁਰੂ ਨੇ ਕਹੋ ਨਾਨਕ ਸੁਣ ਰੇ ਮਨਾ, ਕਹੋ ਨਾਨਕ ਭਜ ਹਰ ਮਾਣਾ। ਮੇਰੇ ਮਨ ਜਪੀਏ ਹਰ ਭਗਵੰਤਾ। ਇਹ ਮੇਰੇ ਮਨ ਕਰਨ ਵਾਲਾ ਕੰਮ ਹੈ ਕਿ ਰੱਬ ਨੂੰ ਭਗਵੰਤ ਨੂੰ ਜਪੀਏ। ਆਪਣੇ ਸੇਵਕ ਨੂੰ ਨਾਮ ਦਾਨ ਦਿੰਦਾ, ਦੁੱਖਾਂ ਕਲੇਸ਼ਾਂ ਦਾ ਜੋ ਨਾਸ ਕਰਦਾ। ਦੁੱਖ ਭੰਜਨ ਤੇਰਾ ਨਾਮ ਜੀ। ਵੈਸੇ ਗੱਲ ਬੜੀ ਸਿੱਧੀ ਹੈ, ਸਮਝ ਵਿੱਚ ਆ ਜਾਏ। ਮੈਂ ਜਾਵਾਂ ਕਿਸੇ ਡਾਕਟਰ ਕੋਲ ਤੇ ਜਾ ਕੇ ਆਖਾਂ ਡਾਕਟਰ ਸਾਹਿਬ ਤੁਹਾਡੀ ਮਾਂ ਦਾ ਕੀ ਨਾਂ ਹੈ, ਤੁਹਾਡੇ ਬਾਪ ਦਾ ਕੀ ਨਾਂ ਹੈ, ਤੁਸੀਂ ਜਨਮੇ ਕਿੱਥੇ ਸੋ, ਤੁਹਾਡੀ ਜਾਤ ਕੀ ਹੈ? ਉਹ ਕਹੇਗਾ ਕਿਹੜਾ ਪਾਗਲ ਆ ਗਏ। ਮੈਂ ਬਿਮਾਰੀ ਵਿਖਾਵਾਂ ਤੇ ਮੈਂ ਆਪਣੀ ਦਵਾਈ ਲਵਾਂ ਤੇ ਖਾਵਾਂ, ਦੁੱਖ ਦਰਦ ਕਾ ਹੰਤਾ। ਗੱਲ ਤੇ ਹੈ ਕਿ ਦੁੱਖਾਂ ਕਲੇਸ਼ਾਂ ਦਾ ਨਾਸ ਹੋਵੇ, ਗੁਰੂ ਕੋਲ ਆਈਏ। ਤੇ ਹੁਣ ਇਹ ਪੁੱਛੀਏ ਜੇ ਪਹਿਲੋਂ ਕੀ ਸੀ, ਰੱਬ ਕੀ ਸੀ, ਰੱਬ ਕਿੱਡਾ ਵੱਡਾ, ਗੁਰੂ ਕੀ ਹੈ, ਕੀ ਹੈ ਨਾ ਪੁੱਛ। ਸੰਤ ਬਾਬਾ ਯਾਤਰ ਸਿੰਘ ਨੂੰ ਇੱਕ ਵਾਰੀ ਸੰਤ ਤੇਜਾ ਸਿੰਘ ਹੋਰਾਂ ਕਹਿ ਦਿੱਤਾ ਜੀ ਸੰਤ ਜੀ ਦੱਸਣਗੇ ਨਾਮ ਕੀ ਆ। ਤੇ 20 ਮਿੰਟ ਉੱਠ ਕੇ ਅੱਖਾਂ 'ਚੋਂ ਅਥਰੂ ਵਹਾਉਂਦੇ ਰਹੇ ਤੇ 20 ਮਿੰਟਾਂ ਬਾਅਦ ਇੱਕ ਗੱਲ ਕਹੀ, ਕਹਿਣ ਲੱਗੇ ਸਾਧ ਸੰਗਤ ਨਾਮ ਦੱਸਿਆ ਨਹੀਂ ਜਾਂਦਾ ਕੀ ਹੈ, ਨਾਮ ਕੇਵਲ ਜਪਿਆ ਜਾਂਦਾ। ਤੇ ਜਪੋ। ਤੁਸੀਂ ਵੀ ਸਾਰੇ ਆਖੋ ਵਾਹਿਗੁਰੂ 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 ਵਾਹਿਗੁਰੂ। ਗੁਰੂ ਸਾਹਿਬ ਜੀ ਕਹਿੰਦੇ ਨੇ ਹੁਣ ਜੇ ਇਹ ਪੁੱਛਿਆ ਜਾਏ ਕਿਵੇਂ ਜਪਾਂ, ਸ਼ਰਧਾ ਨਾਲ, ਭਰੋਸੇ ਨਾਲ। ਕਿਸੇ ਨੂੰ ਪੁੱਛੀਏ ਨਾ ਤੇਰੇ ਪਿਓ ਦਾ ਨਾਂ ਕੀ ਹੈ, ਫਟ ਦੱਸਦਾ, ਮਾਂ ਦਾ ਦੱਸਦਾ, ਲੇਕਿਨ ਰੱਬ ਉਸ ਦੇ ਬਾਰੇ ਸ਼ੱਕ ਹੈ, ਪਤਾ ਨਹੀਂ ਹੈ ਵੀ ਕਿ ਨਹੀਂ। ਉਹ ਭਲਿਆ ਲੋਕਾਂ ਮਾਂ ਬਾਪ ਬਿਨਾ ਤੂੰ ਨਹੀਂ। ਭਾਈ ਕਨ੍ਹਈਆ ਸਾਹਿਬ ਕਿਸੇ ਨੇ ਕਹਿ ਦਿੱਤਾ ਭਾਈ ਜੀ ਰੱਬ ਤੇ ਹੈ ਹੀ ਨਹੀਂ, ਇਹ ਸ੍ਰਿਸ਼ਟੀ ਆਪੇ ਹੀ ਚੱਲ ਰਹੀ ਹੈ, ਆਪੇ ਹੀ ਹੋ ਗਈ। ਚੁੱਪ ਕਰ ਗਏ। ਥੋੜੀ ਦੇਰ ਬਾਅਦ ਕਹਿਣ ਲੱਗੇ ਇੱਕ ਬੇੜੀ ਮੈਂ ਵੇਖੀ, ਮਲਾ ਹੈ ਹੀ ਨਹੀਂ ਸੀ ਤੇ ਬੇੜੀ ਆਪੇ ਹੀ ਚੱਲਦੀ ਜਾ। ਕਹਿਣ ਲੱਗਾ ਐਡਾ ਝੂਠ ਹੋ ਹੀ ਨਹੀਂ ਸਕਦਾ, ਇਹ ਮਲਾ ਕੋ ਨਹੀਂ, ਬੇੜੀ ਆਪੇ ਚੱਲਦੀ ਜਾ। ਕਹਿਣ ਲੱਗਾ ਭਲੇ ਲੋਕਾਂ ਜੇ ਸ੍ਰਿਸ਼ਟੀ ਆਪੇ ਚੱਲ ਸਕਦੀ ਹੈ ਤੇ ਬੇੜੀ ਕਿਉਂ ਨਾ ਚੱਲੇਗੀ, ਤੂੰ ਆਪੇ ਹੀ ਹੋਣੇ ਕਿਹਾ। ਹੋਂਦ ਤੋਂ ਹੋਂਦ ਹੋ ਸਕਦੀ ਹੈ, ਉਹਨੂੰ ਹੋਂਦ ਤੋਂ ਨਹੀਂ। ਉਹ ਮਾਲਕ ਜਿਸ ਨੇ ਸ੍ਰਿਸ਼ਟੀ ਪੈਦਾ ਕੀਤੀ ਉਹ ਕੇਵਲ ਆਪਣੇ ਆਪ ਤੋਂ ਹੈ। ਆਓ ਸਰਵਣ ਕਰੋ, ਸ਼ਬਦ ਕਾਫੀ ਲੰਬੇਰਾ, ਉਸ ਦੀ ਬਖਸ਼ਿਸ਼ ਹੈ। ਬਖਸ਼ਿਸ਼ ਕੀਤੀ ਹੈ ਸੁਰਤ ਨਾਲ ਟਿਕ ਕੇ। ਅਸੀਂ ਇਹ ਵਿਚਾਰਨਾ, ਵਿਚਾਰ ਦਾ ਕੇਂਦਰ ਇਹੋ ਹੀ ਹੈ ਕਿ ਅਸੀਂ ਇਹ ਖੋਜ ਨਹੀਂ ਕਰਨੀ ਰੱਬ ਕੀ ਹੈ, ਅਸੀਂ ਕੇਵਲ ਜਪਣਾ ਤੇ ਉਸ ਵਿੱਚ ਲੀਨ ਹੋਣਾ। ਇੱਕ ਪੰਕਤੀ ਯਾਦ ਕਰਕੇ ਜਾਇਓ, ਅੰਤ ਨਾ ਅੰਤਾ ਸਦਾ ਬੇਅੰਤਾ, ਕਹੋ ਨਾਨਕ ਊਚੋ ਊਚਾ। ਉਹਦਾ ਕੋਈ ਅੰਤ ਨਹੀਂ। ਅੰਤ ਕੋ ਚਾਹਣ ਜੋ ਗਏ ਸੋ ਆਏ, ਅੰਤ ਗਵਾਏ, ਉਹ ਤੇ ਗਵਾ ਕੇ ਆ ਗਏ। ਅੰਤ ਪਾਉਣ ਨਹੀਂ ਜਾਣਾ, ਲੀਨ ਹੋਣ ਵਾਸਤੇ ਆਉਣਾ। ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਠ ਮਹੱਲਾ ਪੰਜਵਾ। ਘਰ ਪਹਿਲਾ ਅਸ਼ਟਪਦੀਆ। ਸੋਠ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਅਸ਼ਟਪਦੀ ਹੈ। ਇੱਕ ਤਾਲ ਵਿੱਚ ਗਾਉਣ ਵਾਸਤੇ ਰਾਗੀ ਸਿੰਘਾਂ ਨੂੰ ਸੂਚਿਤ ਕੀਤਾ ਹੈ।
ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਰਤਾ ਹਰਤਾ ਦੋ ਤਿੰਨ ਨਹੀਂ, ਕੋਈ ਬ੍ਰਹਮਾ ਵਿਸ਼ਨ ਮਹੇਸ਼, ਇੱਕ ਓੰਕਾਰ। ਇੱਕ ਹੈ, ਸਦਾ ਇੱਕ ਰਸ ਰਹਿੰਦਾ ਹੈ, ਤੇ ਮਿਲਦਾ ਕਿਵੇਂ? ਸਤਿਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੀ ਹੁੰਦੀ ਹੈ। ਸਭ ਜਗ ਜਿਨਹਿ ਉਪਾਇਆ ਪਾਈ, ਕਰਨ ਕਾਰਨ ਸਮਰੱਥ। ਕਰਨ ਸ੍ਰਿਸ਼ਟੀ ਤੇ ਕਾਰਨ ਸ੍ਰਿਸ਼ਟੀ ਦਾ ਮੂਲ ਸਾਰਾ ਹੀ ਜਗਤ। ਇਹ ਨਹੀਂ ਕਿ ਇੱਕ ਚੀਜ਼ ਉਹਨੇ ਬਣਾਈ ਦੂਜੀ ਕੋਈ ਬਣਾ ਗਿਆ, ਨਹੀਂ। ਸਾਰਾ ਕੁਝ ਉਸੇ ਨੇ ਬਣਾਇਆ ਤੇ ਸ੍ਰਿਸ਼ਟੀ ਨੂੰ ਬਣਾਉਣ ਦੀ ਉਹੀ ਸਮਰੱਥਾ ਰੱਖਦਾ ਹੈ। ਜੀਉ ਪਿੰਡ ਜਿਨ ਸਾਜਿਆ ਪਾਈ, ਦੇ ਕਰ ਆਪਣੀ ਵਾਥ। ਇਹ ਜਿੰਦ, ਇਹ ਪਿੰਡ ਦਾ ਅਰਥ ਹੈ ਸਰੀਰ। ਇਹ ਸਾਡਾ ਸਰੀਰ ਤੇ ਵਿੱਚ ਜਿੰਦ। ਸਰੀਰ ਸਾਨੂੰ ਦਿਸਦਾ, ਜਿੰਦ ਦਿਸਦੀ ਕੋਈ ਨਹੀਂ, ਪਰ ਅਣਦਿਸਦੇ ਦੇ ਆਸਰੇ ਦਿਸਦਾ ਚੱਲਦਾ ਪਿਆ। ਇਹ ਜੋ ਕੁਝ ਦਿਸਦਾ ਹੈ ਨਾ, ਇਹ ਉਸ ਤੇ ਆਸਰੇ ਚੱਲਦਾ ਹੈ ਜੋ ਨਹੀਂ ਦਿਸਦਾ। ਉਸ ਨੇ ਜੀ ਪਾ ਕੇ ਪਿੰਡ ਸਾਜਿਆ, ਆਪਣੀ ਵਸਤੂ ਦਿੱਤੀ। ਆਪਣੀ ਵਸਤੂ ਹੈ ਉਸ ਦੀ ਚੇਤਨਾ। ਇਹ ਉਸ ਨੇ ਆਪਣੀ ਵਸਤੂ ਦੇ ਕੇ ਸਾਜਨਾ ਕੀਤੀ। ਕਿਨ ਕਹੀਐ ਕਿਉ ਦੇਖੀਐ ਭਾਈ, ਕਰਤਾ ਏਕ ਅਕਥ। ਕਰਤਾ ਤੇ ਅਕਥ ਲਫ਼ਜ਼ਾਂ ਵਿੱਚ, ਸ਼ਬਦਾਂ ਵਿੱਚ ਉਹ ਨਹੀਂ ਆਖਿਆ ਜਾਂਦਾ, ਕਥਨ ਵਿੱਚ ਉਹ ਨਹੀਂ ਆਉਂਦਾ। ਜੋ ਕਹਿੰਦੇ ਆ, ਜੇ ਆ ਜਾਂਦਾ ਨਾ ਕਦੀ, ਇੱਕੋ ਹੀ ਕੋ ਕਿਤਾਬ ਗ੍ਰੰਥ ਲਿਖੀ ਹੁੰਦੀ, ਦੂਜਾ ਹੁੰਦਾ ਹੀ ਕੋਈ ਨਹੀਂ। ਅੱਖਰ ਨਹੀਂ ਕਹਿ ਸਕਦੇ, ਅਸੀਂ ਨਹੀਂ ਕਹਿ ਸਕਦੇ ਅਕਥ। ਤੇ ਕੌਣ ਉਹਨੂੰ ਆਖੇ? ਕਿੱਡਾ ਵੱਡਾ ਹੈ, ਵੱਡੇ ਕੀਆਂ ਵਡਿਆਈਆਂ, ਕੁਛ ਕਹਿਣ ਨਾ ਜਾਏ, ਉਹ ਆਖਿਆ ਨਹੀਂ ਜਾਂਦਾ, ਅਕਥ ਹੈ। ਗੁਰ ਗੋਬਿੰਦ ਸਲਾਹੀਐ ਪਾਈ, ਜਿਸ ਤੇ ਜਾਪੈ ਤਥ। ਗੁਰੂ ਗੋਬਿੰਦ ਨੂੰ, ਉਸ ਨੂੰ ਉਹਦੀ ਸਿਫਤ ਕਰਨੀ ਚਾਹੀਦੀ ਹੈ ਗੁਰੂ ਦੇ ਦੁਆਰਾ। ਗੁਰੂ ਤੋਂ ਤੱਥ ਅਸਲੀਅਤ ਦਾ ਪਤਾ ਲੱਗਦਾ। ਇੰਝ ਪ੍ਰਮਾਣ ਇੱਕ ਦੇ ਆ, ਹਰ ਇੱਕ ਨੂੰ ਸਮਝ ਵਿੱਚ ਆ ਜਾਏ। ਮੈਂ ਚਾਹਾਂ ਨਾ ਜਾ ਕੇ ਬੁੱਕ ਕਰਕੇ, ਚੁਲੀ ਕਰਕੇ, ਆ ਸਰੋਵਰ ਸਾਰਾ ਹੀ ਅੰਮ੍ਰਿਤ ਸਰੋਵਰ ਮੇਰੀ ਚੁਲੀ 'ਚ ਆ ਜਾ, ਇਹ ਤੇ ਨਹੀਂ ਆ ਸਕਦਾ, ਕਿਸੇ ਤੇ ਵੀ ਨਹੀਂ ਆ ਸਕਦਾ। ਮੈਂ ਤੇ ਜਾ ਸਕਣਾ, ਮੈਂ ਡੁਬਕੀ ਲਗਾ ਲਵਾਂ, ਮੈਂ ਚੁਲੀ ਵਾਲਾ ਸਿਲਸਿਲਾ ਕਾਹਦੇ ਲਈ ਕਰਾਂ? ਮੈਂ ਉਹਦੇ ਵਿੱਚ ਲੀਨ ਹੋਵਾਂ। ਭਾਈ ਗੁਰਦਾਸ ਜੀ ਨੇ ਸੁਚੇਤ ਕਰਦਿਆਂ ਕਿਹਾ, ਕੀੜੀ ਦੇ ਪੇਟ 'ਚ ਹਾਥੀ ਕਿਵੇਂ ਸਮਾ ਜਾਵੇ, ਮੱਛਰ ਦੇ ਡੰਗ ਨਾਲ ਬਸਕ ਨਾ ਕਿਵੇਂ ਮਰ ਜਾਏ, ਮੱਕਰੀ ਚੀਤਰੇ ਨੂੰ ਕਿਵੇਂ ਜਿੱਤ ਜਾਏ, ਚੂਹਾ ਤਰ ਕੇ ਸਮੁੰਦਰ ਪਾਰ ਕਿਵੇਂ ਕਰ ਜਾਏ। ਕਹਿੰਦੇ ਨੇ ਭਾਈ ਜਿਵੇਂ ਇਹ ਨਹੀਂ ਹੋ ਸਕਦਾ, ਕੁੱਕੜ ਉਡਾਰੀ ਮਾਰ ਕੇ ਹਵਾ ਜਿੰਨਾ ਉੱਚਾ ਨਹੀਂ ਜਾ ਸਕਦਾ, ਤੂੰ ਰੱਬ ਦਾ ਅੰਤ ਨਹੀਂ ਪਾ ਸਕਦਾ। ਕਰਨ ਵਾਲਾ ਕੰਮ ਹੈ ਬੂੰਦ। ਜੇ ਕਿਤੇ ਗਿਆਨਵਾਨ ਹੁੰਦੀ ਨਾ ਤੇ ਕਦੀ ਸਾਗਰ ਤੱਕ ਨਾ ਜਾ ਸਕਦੀ। ਨਹੀਂ, ਉਹ ਤੇ ਇਹ ਵੇਖਦੀ ਨਹੀਂ ਮੇਰਾ ਕੀ ਬਣੇਗਾ। ਗੁਰਮੁਖ ਸਾਗਰ ਜਿਉਂ ਬੂੰਦ ਹੋਏ ਸਮਾਵੈ, ਬੜਾ ਸੁੰਦਰ ਕਿਹਾ। ਉਹ ਚੀਟੀ ਕੇ ਉਧਰ ਬਿਕੇ ਹਸਤੀ ਸਮਾਏ, ਕੈਸੇ ਅਤੋਲੇ ਅਪਾਰ ਭਾਰ ਬਿਰਗੇ ਨਾ ਉਠਾਵ। मच्छर के डंग न मरता है बास्क नाग, मकरी न चीते जीते सर न पुजावे। तम चारि उड़त न पहुँचे आकाश बास, मूसा तो न तैरत समुंदर पार पावे। तैसे प्रेम ने यग में अगाध बोध, गुरमुख सागर ज्यों बूंद होए समावे। गुरमुख ते सागर विच समा जांदा। एक साधु नूं पुछदा तरकवादी बुद्धे जीवी ਜਿਹੜਾ ਦਿਮਾਗ ਦੀ ਉਧੇੜ ਬੁਣ ਵਿੱਚ, ਬਾਬਾ ਜੀ ਸੱਚਖੰਡ ਹੈ? ਕਹਿਣ ਲੱਗੇ ਹੈ। ਕਹਿਣ ਲੱਗੇ ਉੱਥੇ ਹੁੰਦਾ ਕੀ ਹੈ? ਕਹਿਣ ਲੱਗੇ ਜੋ ਹੁੰਦਾ ਹੁੰਦਾ, ਤੂੰ ਜਾਣਾ ਤੇ ਕੌਣ ਨਹੀਂ ਜਾਣਾ ਚਾਹੁੰਦਾ? ਮੁਫਤ ਮਿਲੇ ਤੇ ਕੌਣ ਨਹੀਂ, ਇੱਕ ਤੋਂ ਦੂਜਾ ਅੱਗੇ ਤਿਆਰ ਹੈ। ਕਹਿਣ ਲੱਗਾ ਹਾਂ। ਕਹਿਣ ਲੱਗਾ ਬਾਕੀ ਜੋ ਹੋਵੇਗਾ ਹੋਵੇਗਾ, ਤੂੰ ਨਹੀਂ ਹੋਵੇਂਗਾ। ਤੇ ਕਹਿਣ ਲੱਗਾ ਉਹ ਕਾਹਦਾ ਸੱਚਖੰਡ, ਮੈਂ ਹੀ ਨਾ ਰਿਹਾ। कबीर साहब कहते ने मैं बैठा सिंघासन ते बैठा, पर मैं कोई नहीं। अब तो जाए चढ़े सिंघासन, मिल है सारंग पानी।
राम कबीरा एक भय हैं कोई न सके पछानी। कबीर मिट गए, हुण ते राम ही राम है, बस करन वाला ही काम है, अंत नहीं, उस दे विच लीन होना है। हाँ जी। मेरे मन जपिए हर भगवंता। हे मेरे मन, उस भगवंत नूं जपना चाहिदा जिसने सृष्टि सारी बनाई है। नाम दान दे जाने अपने। इत्थे आउने आ प्रसाद मिलदा है ना, ਉਹ ਨਾਮ ਦਾ ਦਾਨ ਦਿੰਦਾ, ਨਾਮ ਦੀ ਬਖਸ਼ਿਸ਼ ਕਰਦਾ ਹੈ। ਦੁਖ ਦਰਦ ਕਾ ਹੰਤਾ। ਆਪਣੇ ਸੇਵਕ ਨੂੰ ਨਾਮ ਦੇਣ ਦਿੰਦਾ ਤੇ ਉਹ ਨਾਮ ਦੁੱਖਾਂ ਦਾ ਕਲੇਸ਼ਾਂ ਦਾ ਨਾਸ਼ ਕਰਨ ਵਾਲਾ ਹੈ। ਰਹਾਉ ਹਾਂਜੀ। ਜਾਂ ਕੈ ਘਰ ਸਭ ਕਿਛ ਹੈ ਭਾਈ, ਨੌਨਿਧ ਭਰੇ ਭੰਡਾਰ। ਜਿਸ ਦੇ ਘਰ ਵਿੱਚ ਸਭ ਕੁਛ ਹੀ ਹੈ, ਐਸਾ ਨਹੀਂ। ਇੱਕ ਦੁਕਾਨ ਵਾਲੇ ਕੋਲ ਜਾਓ, ਉਹ ਕਹਿੰਦਾ ਜੀ ਇਹ ਚੀਜ਼ ਮੇਰੇ ਕੋਲ ਨਹੀਂ, ਨਾਲ ਹੈ, ਮੰਗਵਾ ਦੇਣਾ। ਔਰ ਉਹਦੇ ਘਰ ਵਿੱਚ ਸਭ ਕੁਛ ਹੀ ਹੈ। ਜੰਗ ਕੇ ਘਰ ਸਭ ਕੁਛ ਹੈ ਭਾਈ। ਇੱਕ ਸਟੋਰ ਵਿਦੇਸ਼ 'ਚ ਵੇਖਿਆ, ਇੱਕ ਸੱਜਣ ਕਹਿਣ ਲੱਗਾ ਗਿਆਨੀ ਜੀ ਇਹ ਸਟੋਰ ਹੈ ਜਿੱਥੋਂ ਸਭ ਕੁਝ ਹੀ ਮਿਲ ਜਾਂਦਾ। ਅੱਛਾ, ਗਏ, ਮੈਂ ਉਹਨੂੰ ਆਖਿਆ ਇੱਥੋਂ ਸੁਖਮਣੀ ਦਾ ਗੁਟਕਾ ਮਿਲ ਜਾਏਗਾ? ਹੈਰਾਨ ਜੀ ਆਊਗੇ। कहने लगा नहीं वो तो नहीं मिलना, तो सब कुछ तो कि मैं कह देता। एक सरदार ने अखंड पाठ रखाया असी तो बड़े अभिमान विच, वैसे पाठ रखाओ मैं कहना रखान नालों करो तो निमरता चाहो। पाठियां नूं कहंदा रज के छको। एक घर ऐसा है जो मूँहों कड्डो मिल जाएगा। ठीक है, पाठी सी मरियल जिहा बद शकल, एडा बंदा मुड़ के नहीं वेखे, पाठ बड़ा सोहना करदा सी। कहंदे सरदार जी अचारी मिर्च मिलेगी? वो को नहीं सी घर विच। बड़ा शर्मसार होया। मैं तो कह देता जो मुँह मंगेगा मेरे घर ते अचारी मिर्च भी कोई नहीं। बंदे तेरे घर सब कुछ नहीं, कदी भुल के ना मेरे घर में सब कुछ ही है। नहीं, उस दे घर में सब कुछ है जिस दे घर में सब कुछ ही है। 9 निधियां ने भंडार भरे पे हन। इसकी कीमत ना पवे भाई, ऊंचा अगम अपार। उस दा मुल नहीं पै सकता, मुल नालों मिलता भी नहीं, वो अमुल है। वो तो उसकी कीमत ना पवे भाई, ऊंचा तो अगम है, गमता तो परा है। समुंदर का भी पारला किनारा, पर वह पारला किनारा कोई नहीं, वो अपार है। जी जंत प्रतपाल दा भाई, नित नित करदा सार। नित नित तो सार करदा है, जीवां जनता नूं पालदा है। एक गल होर, जिहड़ा रिज़क लैन नहीं ना आंदा उहदे कोल पुचा भी देंदा। सिर से रिज़क संभाहे ठाकुर, काहे मन बहु करिया। वो रिज़क पहुँचाउंदा, दे देंदा। बंदे तू खाण जोगा नहीं सा, रिज़कों ने पहुँचाया नहीं। मैलो कीनो साबण सूत, माँ दे लाल खून नूं चिट्टा दुध बना दिता। जिथे कोई नहीं पहुँच सकता उत्थे वो पहुँचा देंदा, वो कृपा करदा है। हाँ जी। सतगुर पूरा भेटिए भाई, शब्द मिलावन हार। सतगुरु पूरा जेकर मिल जाए, मेल करिए गुरु नाल, ते गुरु फिर वसीला की बनाउंदा रब नूं मिलाउण दा शब्द। शब्द द्वारा गुरु मेलनहार है। हाँ जी। सच्चे चरण सरेविए भाई, सदा थे रहन वाले दे चरनां दी सेवा करनी चाहिदी है। भ्रम पाओ होवे नास। ये बीमारियां दो बहुत ऐसियां ने बंदे नूं जिउंदे नूं मार छड्डिया, एक भरम ते एक भाव। इन्हां दोवां दा नाश हो जांदा। धन हो जिहदा भरम मिट गया, सो सुखिया जिस भरम गया। खालसा खास कहावै सोई, जांका हिरदै भरम न होई। परम भेखते रहे न्यारा, सो खालसा सतगुरु हमारा। परम पहो
ਦੋਵੇਂ ਇਹ ਹੀ ਮਿਟ ਜਾਂਦੇ ਹਨ। ਮਿਲ ਸੰਤ ਸਭਾ ਮਨ ਮਾਂਜੀਐ ਪਾਈ, ਹਰਿ ਕੈ ਨਾਮ ਨਿਵਾਸ। ਆਮ ਭਾਂਡਾ ਸਾਫ਼ ਹੋਵੇ ਚਲੋ ਧੋ ਹੀ ਲਿਆ, ਪਰ ਜੇ ਥੰਧਿਆਈ ਲੱਗ ਜਾਏ ਫਿਰ ਮਾਂਜਣਾ ਪੈਂਦਾ ਸੀ। ਹੰਕਾਰ ਦੀ ਥੰਧਿਆਈ ਲੱਗ ਗਈ ਹੈ, ਸੰਤ ਸਭਾ ਵਿੱਚ ਮਾਂਜਿਆਂ ਤੋਂ ਬਿਨਾਂ ਨਹੀਂ ਉਤਰਨੀ। ਅਹੋਂ ਬੁੱਧ ਮਨ ਪੂਰ ਥੰਧਾਈ, ਸਾਧੂ ਧੂਰ ਕਰ ਸੁਧ ਮਾਝਾਏ। ਸੰਤ ਸਭਾ ਵਿੱਚ ਮਿਲ ਕੇ ਮਨ ਮਾਂਜੀਏ। ਇੱਥੇ ਆਏ ਆ ਮਨ ਮਾਂਜਣ ਵਾਸਤੇ, ਮਨ ਸਾਫ਼ ਕਰਨ ਵਾਸਤੇ। ਹਾਂਜੀ। ਮਿਟੈ ਅੰਧੇਰਾ ਅਗਿਆਨਤਾ ਪਾਈ, ਕਮਲ ਹੋਵੇ ਪਰਗਾਸ। ਹਿਰਦੇ ਨੂੰ ਕਵਲ ਨਾਲ ਤੁਲਨਾ ਦਿੱਤੀ ਹੈ। ਕਵਲ ਜਾਂ ਮੁੰਦਿਆ ਹੁੰਦਾ ਜਾਂ ਖਿੜਿਆ ਹੁੰਦਾ। ਅਗਿਆਨਤਾ ਦਾ ਅੰਧਕਾਰ ਮਿਟਦਾ ਤੇ ਹਿਰਦੇ 'ਚ ਪ੍ਰਕਾਸ਼ ਹੋ ਜਾਂਦਾ। ਗੁਰ ਪੂਰਾ ਭੇਟਿਓ ਵਡਭਾਗੇ, ਮਨੇ ਭਇਆ ਪ੍ਰਗਾਸਾ। ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਹਿਰਦੇ 'ਚ ਪ੍ਰਕਾਸ਼ ਹੋ ਜਾਂਦਾ ਹੈ। ਗੁਰ ਬਚਨੀ ਸੁਖ ਊਪਜੈ ਪਾਈ। ਇਹ ਭਾਈ ਗੁਰੂ ਦੇ ਬਚਨਾਂ ਦੁਆਰਾ, ਇਹ ਗੁਰੂ ਕੇ ਬਚਨ ਹਨ। ਸਤਿਗੁਰ ਬਚਨ ਹੈ, ਸਤਿਗੁਰ ਪਾਦਰ ਮੁਕਤ ਜਨਾਵੇ ਗੋ। ਗੁਰੂ ਦੇ ਬਚਨ ਦੁਆਰਾ ਪ੍ਰਕਾਸ਼ ਹੁੰਦਾ ਹੈ। ਸਭ ਫਲ ਸਤਿਗੁਰ ਪਾਸ। ਸਾਰੇ ਫਲ ਸਤਿਗੁਰੂ ਕੋਲ ਹਨ। ਇੱਥੇ ਤੱਕ ਹੈ, ਜਿਤੜੇ ਫਲ ਮਨ ਬਾਂਛੀ ਹੈ, ਤਿਤੜੇ ਸਤਿਗੁਰ ਪਾਸ। ਪੂਰਬ ਲਿਖੇ ਪਾਵਣੇ ਸਚ ਨਾਮ ਦੇ ਰਾਸ। ਕਹਿੰਦੇ ਫਿਰ ਸਭ ਨੂੰ ਮਿਲਦਾ ਕਿਉਂ ਨਹੀਂ? ਕਹਿੰਦੇ ਨੇ ਸਤਿਗੁਰ ਸਦਾ ਦਿਆਲ ਹੈ ਭਾਈ, ਵਿਨ ਭਾਗਾਂ ਕੇ ਅਪਾਈਐ। ਏਕ ਨਦਰ ਕਰ ਵੇਖੈ ਸਭ ਉੱਪਰ, ਜਿਹਾ ਭਾਉ ਤੇ ਉਹ ਫਲ ਪਾਈਐ। ਬੰਦੇ ਤੇਰੇ ਕੋਲ ਹੀ ਭਾਂਡਾ ਨਹੀਂ, ਕੌਲੀ ਹੈ ਤੇ ਕੌਲੀ ਭਰੇਗਾ, ਗਾਗਰ ਹੈ ਤੇ ਗਾਗਰ ਭਰੇਗਾ। ਇਹ ਉਸ ਦੇ ਘਰ ਵਿੱਚ ਕੋਈ ਘਾਟ ਨਹੀਂ। ਸਰੋਵਰ ਕੋਲ ਤੇ ਜੋ ਹੈ ਸੋ ਹੈ। ਸਵਾਲ ਹੈ ਗਏ ਤੇ ਤੁਹਾਡੇ ਕੋਲ ਬਰਤਨ ਕਿੱਡਾ ਕੁ ਹੈ? ਹਾਂਜੀ। ਮੇਰਾ ਤੇਰਾ ਛੋਡੀਐ ਭਾਈ, ਹੋਈਐ ਸਭ ਕੀ ਧੂਰ। ਕੰਮ ਇਹ ਕਰਨ ਵਾਲਾ ਹੈ ਕਿ ਮੇਰਾ ਤੇਰਾ ਛੱਡ ਦੇਈਏ। ਸਾਰਿਆਂ ਦੀ ਚਰਨ ਧੂੜ ਬਣੀ ਹੈ। ਇੱਕ ਗੱਲ ਲਿਖੀ ਮੈਂ ਪੜ੍ਹੀ, ਮਨ ਕੰਬ ਗਿਆ। ਬੜਾ ਸੁੰਦਰ ਲਿਖਿਆ ਹੈ ਗਿਆਨੀ ਦਿੱਤ ਸਿੰਘ ਜੀ ਨੇ। ਉਹ ਕਹਿੰਦੇ ਨੇ ਕਿ ਸਿੱਖ ਨੂੰ ਮਿਲਿਆ ਤੇ ਕਹਿੰਦਾ ਕੌਣ ਸਿੰਘ ਹੁੰਦੇ ਹੋ ਭਾਈ, ਤੇਰੀ ਜਾਤ ਕੀ? ਵੈਸੇ ਜਿਹੜੇ ਜਾਤ ਪੁੱਛੀ ਉਹ ਤਨਖਾਹੀ ਆ। ਉਹ ਕਹਿੰਦਾ ਇਹ ਜੀ ਸ਼ੀਂਬਾ, ਮੈਂ ਜੀ ਨਾਈ। ਤੁਹਾਡਾ ਜਨਮ ਕਿੰਨਾ ਦੇ ਘਰ ਦਾ? ਮੈਂ ਜੀ ਮਹਿਰਾ ਪਾਣੀ ਭਰਦਾ। ਤੇਰੀ ਸਿੰਘਾ ਕੀ ਹੈ ਜਾਤ? ਨਾਮਾ ਵੰਸ਼ੀ ਮੈਂ ਹਾਂ ਭਰਾ। ਕਹਿੰਦੇ ਨੇ ਇਹ ਕੰਮ ਛੱਡ ਦਿਓ। ਬੋਧੀਆਂ 'ਚ ਆਇਆ, ਬੁੱਧ ਧਰਮ ਹੀ ਖਤਮ ਹੋ ਗਏ ਹੈ। ਸਿੱਖ ਨੂੰ ਮਿਲਿਆ, ਹੱਸ ਕੇ ਮਿਲਿਆ ਤੇ ਕਹਿਣ ਲੱਗਾ ਵੀਰ ਜੀ ਮੈਂ ਤੁਹਾਨੂੰ ਪਛਾਣਿਆ ਨਹੀਂ। ਕਹਿਣ ਲੱਗਾ ਪਛਾਣ ਹੋਰ ਕੀ, ਤੂੰ ਵੀ ਗੁਰੂ ਕਲਗੀਧਰ ਦਾ ਸਿੰਘ ਤੇ ਮੈਂ ਵੀ ਸਿੰਘ। ਇਹ ਤੋਂ ਵੱਡਾ ਰਿਸ਼ਤਾ ਹੋਰ ਕੀ ਹੋਵੇਗਾ? ਮੇਰਾ ਤੇਰਾ ਛੋਡੀਏ ਭਾਈ, ਇਹ ਮੇਰ ਤੇਰ ਛੱਡ ਦਈਏ। ਹੋਈਏ ਸਭ ਕੀ ਧੂਰ, ਗੁਰਸਿੱਖਾਂ ਕੀ ਯਾਰ ਧੂਰ ਦੇ। ਹਮ ਪਾਪੀ ਵੀ ਗਤ ਪਾਏ, ਸਭ ਦੇ ਅੱਗੇ ਨਮਾਨੇ ਨਤਾਣੇ ਹੋਈਏ। ਘਟ ਘਟ ਬ੍ਰਹਮ ਪਸਾਰਿਆ ਪਾਈ, ਪੇਖੈ ਸੁਣੈ ਹਜੂਰ। ਘਟ ਘਟ ਵਿੱਚ ਬ੍ਰਹਮ ਪਸਰਿਆ ਹੋਇਆ, ਉਹ ਵੇਖਦਾ ਸੁਣਦਾ ਔਰ ਹਾਜ਼ਰ ਹਜ਼ੂਰ ਸਾਹਮਣੇ ਹੈ। ਜਿਤ ਦਿਨ ਵਿਸਰੈ ਪਾਰ ਬ੍ਰਹਮ ਪਾਈ, ਤਿਤ ਦਿਨ ਮਰੀਐ ਝੂਰ। ਰੱਬ ਜਿਸ ਦਿਨ ਵਿਸਰ ਜਾਏ, ਵਿਸਰਨ ਦੀ ਨਿਸ਼ਾਨੀ ਕੀ ਹੈ? ਨਿਸ਼ਾਨੀ ਹੈ ਝੋਰੇ ਆ ਜਾਂਦੇ। ਜੀਵਨ ਝੁਰਨਾ। ਝੁਰਨਾ ਕੀ ਹੈ? ਭਾਵੇਂ ਰਾਜ ਮਿਲਦਾ, ਕੁਝ ਵੀ ਨਹੀਂ, ਕੁਛ ਵੀ ਨਹੀਂ। ਮੈਂ ਗੱਲ ਪੜ੍ਹੀ, ਹੈਰਾਨ ਹੋਇਆ। ਇੱਕ ਸਾਧੂ ਨੇ ਪਾਰਸ ਦੇ ਦਿੱਤਾ ਕਿਸੇ ਨੂੰ। ਉਹਨੇ ਆਖਿਆ ਸੋਨਾ ਬਣਾ ਕੇ ਅਮੀਰ ਹੋ ਗਿਆ ਹੋਵੇਗਾ। ਉਹ ਆਇਆ ਸਾਲ ਬਾਅਦ ਉੱਤੇ ਕਹਿਣ ਲੱਗਾ ਤੂੰ ਸੋਨਾ ਨਹੀਂ ਬਣਾਇਆ? ਕਹਿਣ ਲੱਗਾ ਜੀ ਬਾਜ਼ਾਰ ਗਿਆ ਸਾਂ, ਲੋਹਾ ਜੇ ਬੜਾ ਬਹੁਤ ਮਹਿੰਗਾ, ਸਸਤਾ ਹੋਵੇਗਾ ਤੇ ਫੇਰ ਲਿਆਵਾਂਗਾ। ਕਹਿਣ ਲੱਗਾ ਜਾ ਭਲਿਆ ਲੋਕਾ, ਤੇਰਾ ਜੀਵਨ ਵਿੱਚ ਕੁਛ ਨਹੀਂ ਬਣ ਸਕਦਾ। ਇਹ ਉਡੀਕਦਾ ਪਿਆ ਲੋਹਾ ਸਸਤਾ ਹੋਵੇਗਾ ਤੇ ਫੇਰ ਜਾ ਕੇ ਲੈ ਕੇ ਆਵਾਂਗਾ। ਪਾਰਸ ਵੀ ਨਹੀਂ ਵਰਤੇ ਆ।
ਬੰਦਾ ਤੇ ਇਹੋ ਜਿਹੀਆਂ ਨਗੁਣੀਆਂ ਗੱਲਾਂ ਵੱਲ ਉਹ ਝੁਰਦਾ ਹੀ ਰਹਿੰਦਾ। ਦੋ ਬੱਚੇ ਸਨ, ਇੱਕ ਬੜਾ ਖੁਸ਼, ਉਹਨੂੰ ਕਿਤੇ ਵੀ ਰੱਖੋ ਖੁਸ਼, ਤੇ ਇੱਕ ਹਰ ਵੇਲੇ ਗਮਗੀਨ। ਇੱਕ ਸਿਆਣੇ ਨੇ ਪਰਖਣਾ ਚਾਹਿਆ, ਇੱਕ ਨੂੰ ਐਸੇ ਥਾਂ ਤੇ ਬਿਠਾਇਆ ਫੁੱਲ ਹੀ ਫੁੱਲ, ਬੜੇ ਸੋਹਣੇ ਫੁੱਲ ਰੱਖ ਦਿੱਤੇ, ਤੇ ਉਦਾਸ ਬੈਠਾ ਸਿਰ ਸੁੱਟ ਕੇ। ਉਹਨੂੰ ਕਿਹਾ ਫੁੱਲ ਨੇ ਤੇ ਤੂੰ ਉਦਾਸ ਬੈਠਾ। ਕਹਿਣ ਲੱਗਾ ਸ਼ਾਮ ਨੂੰ ਮੁਰਝਾ ਜਾਣਗੇ, ਇੱਕ ਫੁੱਲ ਸਦਾ ਰਹਿਣੇ। ਝੁਰਦਾ ਪਿਆ। ਦੂਸਰੇ ਨੂੰ ਉੱਥੇ ਡੱਕਿਆ ਜਿੱਥੇ ਘੋੜਿਆਂ ਦੀ ਲਿੱਦ ਸੀ। ਉਹ ਲਿੱਦ ਉਡਾਉਂਦਾ, ਹੱਸਦਾ ਪਿਆ, ਨੱਚਦਾ ਪਿਆ। ਉਹਨੂੰ ਪੁੱਛਿਆ ਤੈਨੂੰ ਕੀ ਲੱਭਾ? ਕਹਿਣ ਲੱਗਾ ਮੈਂ ਸੋਚਣਾ ਲਿੱਦ ਹੈ ਤੇ ਵਿੱਚ ਘੋੜਾ ਵੀ ਹੋਵੇਗਾ, ਮੈਂ ਤਾਂ ਘੋੜਾ ਲੱਭਣਾ ਪਿਆ। ਕਹਿਣ ਲੱਗੇ ਇਹਨੂੰ ਕੋਈ ਦੁਖੀ ਨਹੀਂ ਕਰ ਸਕਦਾ। ਜਿਸ ਬੰਦੇ ਨੂੰ ਰੱਬ ਭੁੱਲ ਗਿਆ ਉਹ ਤੇ ਝੁਰਦਾ ਹੀ ਮਰ ਜਾਏਗਾ। ਆਨੰਦ ਹੈ ਹੀ ਉਹ, ਆਨੰਦ ਮਿਲ ਗਿਆ ਤੇ ਲਾਥੇ ਸਗਲ ਵਸੂਰੇ, ਵਸੂਰੇ ਮੁੱਕ ਜਾਂਦੇ ਨੇ। ਰੱਬ ਭੁੱਲ ਜਾਏ ਤੇ ਝੋਰੇ ਹੀ ਝੋਰੇ ਨੇ, ਫਿਰ ਝੁਰਨਾ ਹੀ ਰਹਿ ਜਾਂਦਾ। ਜੋ ਮਿਲੇ ਬੰਦਾ ਕਹਿੰਦਾ ਕੁਝ ਵੀ ਨਹੀਂ, ਕੁਝ ਵੀ ਨਹੀਂ, ਕੁਝ ਜੋ ਮਿਲਿਆ ਜੀ ਥੋੜਾ, ਰਾਜ ਮਿਲਿਆ ਵੀ ਥੋੜਾ, ਇੰਦਰ ਦਾ ਚਾਹੀਦਾ, ਇਹ ਦੁਨੀਆ ਦਾ ਰਾਜ ਨਹੀਂ। ਚੋ ਝੁਰਦਾ, ਝੂਰ ਝੁਰ ਕੇ ਮਰੀਦਾ ਹੈ। ਹਾਂਜੀ, ਕਰਨ ਕਰਾਵਨ ਸਮਰਥੋ ਪਾਈ। ਕਰਨ ਤੇ ਸਾਡੇ ਕੋਲੋਂ ਕਰਵਾਉਣ ਦੇ ਵੀ ਉਹ ਸਮਰੱਥਾ ਰੱਖਦਾ ਹੈ ਉਹ ਪ੍ਰਮਾਤਮਾ, ਜਿਸ ਕੋਲੋਂ ਮਰਜੀ। ਇੱਥੇ ਤੱਕ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ, ਕੀੜਿਆਂ ਕੋਲੋਂ ਕਰਵਾ ਦੇਵੇ, ਬਾਦਸ਼ਾਹ ਬਣਾ ਦੇਵੇ ਤੇ ਲਸ਼ਕਰਾਂ ਨੂੰ ਸਵਾਹ ਕਰ ਦੇਵੇ, ਉਹ ਸਮਰੱਥਾ ਰੱਖਦਾ ਹੈ। ਸਰਬ ਕਲਾ ਭਰਪੂਰ। ਉਹ ਸਰਬ ਕਲਾ, ਕਲਾ ਹੁੰਦੀਆਂ ਨੇ ਸ਼ਕਤੀਆਂ, ਉਹ 14-12 ਨਹੀਂ, ਉਹ ਸਰਬ ਕਲਾ ਸਮਰੱਥ ਹੈ, ਭਰਪੂਰ ਹੈ। ਪ੍ਰੇਮ ਪਦਾਰਥ ਨਾਮ ਹੈ ਪਾਈ, ਮਾਇਆ ਮੋਹ ਬਿਨਾਸ਼। ਪ੍ਰੇਮ ਪਦਾਰਥ ਅਸਲ ਵਿੱਚ, ਅਸਲ ਪਦਾਰਥ ਕੀ ਹੈ? ਪ੍ਰੇਮ। ਅਸਲ ਪਦਾਰਥ ਹੈ ਨਾਮ। ਜਿਹੜਾ ਧਰਮ ਅਰਥ ਕਾਮ ਮੋਕਸ਼ ਸੀ ਉਹ ਇੱਥੇ ਛੱਡ ਦਿੱਤਾ ਉਹਨਾਂ ਕਿਹਾ ਨਾਮ ਹੀ ਪਦਾਰਥ ਹੈ, ਪ੍ਰੇਮ ਹੀ ਪਦਾਰਥ ਹੈ। ਪ੍ਰੇਮ ਪਦਾਰਥ ਨਾਮ ਹੈ ਭਾਈ। ਹਾਂਜੀ, ਮਾਇਆ ਮੋਹ ਬਿਨਾਸ਼। ਮਾਇਆ ਦਾ ਮੋਹ, ਇਹ ਤੇ ਭਾਵੇਂ ਸੋਨਾ ਵੀ ਜਾਪੇ, ਹੀਰੇ ਵੀ ਜਾਪਣ, ਇਹ ਤੇ ਨਾਸਵਾਨ ਹਨ। ਤਿਸ ਭਾਵੈ ਤਾਂ ਮੇਲ ਲਏ ਪਾਈ। ਉਸ ਨੂੰ ਜੇ ਭਾ ਜਾਏ ਤੇ ਉਹ ਆਪਣੇ ਨਾਲ ਮੇਲ ਲੈਂਦਾ, ਤੇ ਜੇ ਰੱਬ ਨਾਲ ਮੇਲ ਹੋ ਜਾਏ ਫਿਰ ਪਾਉਣ ਵਾਲਾ ਬਾਕੀ ਕੀ ਰਹਿ ਗਿਆ? ਇੱਕ ਪੰਕਤੀ ਸੁਣੋ, ਵਿਛੜਿਆਂ ਕਾ ਕਿਆ ਵਿਛੜ। ਜਿਹੜੇ ਰੱਬ ਕੋਲੋਂ ਗੁਰੂ ਤੋਂ ਵਿਛੜ ਗਏ ਉਹਨਾਂ ਹੋਰ ਕੀ ਵਿਛੜਨਾ? ਇਸ ਤੋਂ ਵੱਡਾ ਵਿਛੋੜਾ ਕੀ ਹੈ? ਵਿਛੜਿਆਂ ਕਾ ਕਿਆ ਵਿਛੜਾ, ਮਿਲਿਆਂ ਕਾ ਕਿਆ ਮੇਲ। ਤੇ ਜਿਹੜੇ ਗੁਰੂ ਨੂੰ ਮਿਲ ਪਏ, ਰੱਬ ਨੂੰ ਮਿਲ ਪਏ, ਉਹਨਾਂ ਦਾ ਹੋਰ ਮੇਲ ਕਿਹੜਾ ਬਾਕੀ ਰਹਿ ਗਿਆ? ਅਸਲ ਮੇਲ ਰੱਬ ਦਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਇਹ ਹੈ ਮੇਲ। ਅਸਲ ਮੇਲ ਹੈ ਗੁਰੂ ਦਾ, ਅਸਲ ਮੇਲ ਹੈ ਗੁਰਸਿੱਖਾਂ ਦਾ। ਹਿਰਦੇ ਨਾਮ ਨਿਵਾਸ। ਕਹਿੰਦੇ ਨੇ ਹਿਰਦੇ ਵਿੱਚ ਨਾਮ ਦਾ ਵਾਸਾ ਹੋ ਜਾਂਦਾ ਇਸ ਮੇਲ ਨਾਲ। ਕੋਈ ਬੁਰਾ ਬੰਦਾ ਮਿਲ ਗਿਆ ਤੇ ਮਿਲਣ ਨਾਲ ਬੁਰਾਈ ਦਾ ਵਾਸਾ ਹੋਵੇਗਾ, ਗੁਰੂ ਮਿਲਿਆ ਨਾਮ ਦਾ ਵਾਸਾ ਹੋਵੇਗਾ। ਗੁਰਮੁਖ ਕਮਲ ਪ੍ਰਗਾਸੀਐ ਪਾਈ। ਗੁਰੂ ਦੀ ਸ਼ਰਨ ਪਈਏ ਤੇ ਹਿਰਦਾ ਕਵਲ, ਸੰਤ ਪ੍ਰਸਾਦ ਕਮਲ ਵਿਗਸੈ। ਗੋਬਿੰਦ ਭਜੋਂ ਪੇਖ ਨੇਰ, ਹਿਰਦਾ ਪ੍ਰਕਾਸ਼ ਹੋ ਜਾਂਦਾ ਹੈ। ਹਿਰਦੈ ਹੋਵੇ ਪ੍ਰਗਾਸ। ਹਿਰਦੇ ਵਿੱਚ ਚਾਨਣ ਹੋ ਜਾਂਦਾ, ਪ੍ਰਕਾਸ਼ ਹੋ ਜਾਂਦਾ ਹੈ। ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ। ਇਹ ਪ੍ਰਕਾਸ਼ ਪ੍ਰਗਟ ਹੋ ਜਾਂਦਾ, ਬਹੁਤਾ ਸਮਾਂ ਨਹੀਂ। ਜੇ ਖੁੱਲਾ ਟਾਈਮ ਹੋਵੇ ਤੇ ਪੇਪਰ ਵੀ ਆਣ, ਫਿਰ ਚਿੱਠੀ ਤੇ ਬੰਦਾ ਲਿਖੀ ਆਉਂਦਾ ਲੰਬੀ, ਪਰ ਤਾਰ ਦੇਣੀ ਹੁੰਦੀ ਸੀ ਤੇ 8 ਸ਼ਬਦ ਪਾਤਸ਼ਾਹ ਕਹਿੰਦੇ ਸੀ। ਉਹ ਕੰਮ ਅੱਜ ਆ। ਮੈਂ ਸੰਖੇਪ ਕਰਕੇ ਕਹਾਂ ਤੇ ਜਿਹੜੇ ਸੁਰਤ ਸ਼ਬਦ ਦੇ ਆਸ਼ਿਕ ਨੇ ਉਹ ਗੱਲ ਨੂੰ ਸਮਝ ਜਾਣ। ਪਹਿਲੇ ਨਾਮ ਦਾ ਜਾਪ 3 ਪ੍ਰਕਾਰ ਦਾ, ਵਾਚਕ, ਉਪਾਂਸ ਤੇ ਮਨਸ। ਵਾਚਕ ਵਾਹਿਗੁਰੂ 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 ਵਾਹਿਗੁਰੂ, ਵਾਚਕ ਮੈਂ ਵੀ ਸੁਣਿਆ, ਤੁਸੀਂ ਵੀ। ਉਪਾਂਸ ਬੁੱਲ ਹਿੱਲਦੇ ਪਏ ਨੇ,
ਆਵਾਜ਼ ਨਹੀਂ ਆਉਂਦੀ। ਮਨਸ ਅਜਪਾ ਜਾਪ ਜੋ ਅੰਦਰ ਚੱਲ ਰਿਹਾ ਹੈ। ਪਹਿਲੇ ਨਾਮ ਦਾ ਜਾਪ ਇਹ ਤਿੰਨ ਪ੍ਰਕਾਰ ਨਾਲ ਹੀ ਹੋ ਸਕਦਾ। ਦੂਸਰਾ ਫਿਰ ਨਾਮ ਦਾ ਨਿਵਾਸ, ਹੁਣ ਹਿਰਦੇ 'ਚ ਟਿਕ ਗਿਆ ਪਰ ਟਿਕਿਆ ਹੀ ਨਾ ਰਹੇ, ਬੀਜ ਅੰਦਰ ਹੀ ਨਾ ਗਲ ਜਾਏ। ਫਿਰ ਨਾਮ ਦਾ ਪ੍ਰਕਾਸ਼ ਜਦੋਂ ਬਾਹਰ ਆਉਂਦਾ ਨਾ ਪ੍ਰਕਾਸ਼ ਬਣ ਕੇ, ਫਿਰ ਅਨੇਕਾਂ ਦਾ ਨਿਸਤਾਰਾ ਹੁੰਦਾ, ਫਿਰ ਅਨੇਕਾਂ ਨੂੰ ਤਾਰਦਾ। ਪ੍ਰਕਾਸ਼ ਜਦੋਂ ਬਾਹਰ ਹੁੰਦਾ ਫਿਰ ਅਨੇਕਾਂ ਦਾ ਭਲਾ ਹੁੰਦਾ, ਫਿਰ ਉਹ ਸੇਵਾ ਬਣਦਾ, ਫਿਰ ਉਹ ਬਾਹਰ ਦਾ ਸਿਮਰਨ ਵੀ ਬਣਦਾ, ਫਿਰ ਉਹ ਆਪ ਜਪਦਾ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੇ, ਜੋ ਆਪ ਜਪੈ ਆਪਣਾ ਨਾਮ ਜਪਾਵੈ, ਫਿਰ ਦੂਸਰਿਆਂ ਨੂੰ ਵੀ ਜਪਾਉਂਦਾ, ਹਿਰਦੇ 'ਚ ਪ੍ਰਕਾਸ਼ ਹੋ ਜਾਂਦਾ ਹੈ। ਮੌਲਿਆ ਧਰਤੀ ਆਕਾਸ਼, ਫਿਰ ਤੇ ਉਦਾਸ ਬੰਦੇ ਨੂੰ ਆਕਾਸ਼ ਵੀ ਉਦਾਸ ਜਾਪੇਗਾ, ਉਹਨੂੰ ਧਰਤੀ ਵੀ ਉਦਾਸ ਜਾਪੇਗੀ, ਕਿਉਂਕਿ ਉਦਾਸ ਹੈ, ਮਨ ਉਦਾਸ ਹੈ। ਪਰ ਜੇ ਅੰਦਰ ਪ੍ਰਮਾਤਮਾ ਦਾ ਪ੍ਰਕਾਸ਼ ਹੈ, ਫਿਰ ਮੌਲੀ ਧਰਤੀ, ਮੌਲੀ ਖੇੜੀ, ਮੌਲੀ ਧਰਤੀ, ਮੌਲਿਆ ਆਕਾਸ਼, ਘਟ ਘਟ ਮੌਲਿਆ ਆਤਮ ਪ੍ਰਕਾਸ਼। ਜਦੋਂ ਆਤਮ ਪ੍ਰਕਾਸ਼ ਦੀ ਸੋਝੀ ਹੋ ਜਾਏ ਨਾ, ਉਹ ਪ੍ਰਕਾਸ਼ ਅੰਦਰ ਹੋ ਜਾਏ, ਉਹ ਪ੍ਰਕਾਸ਼ ਹੈ ਚਾਨਣ ਬਾਹਰ ਵਾਲਾ ਨਹੀਂ। ਇਹ ਜਿਹੜੇ ਦੱਸਦੇ ਨੇ ਹਰਿਆ ਆਏਗਾ, ਇਹ ਆਏਗਾ, ਇਹ ਆਏਗਾ, ਬਿਲਕੁਲ ਪਖੰਡੀ, ਇਹ ਗੱਲ ਹੀ ਨਹੀਂ। ਉਹ ਇੱਕ ਆਤਮਿਕ ਸੋਝ ਆ, ਉਹ ਇੱਕ ਸਹਿਜ ਗਿਆਨ ਆ। ਉੱਥੇ ਆ ਕੇ ਆਤਮਾ ਦੀ ਸੋਝੀ ਆਉਂਦੀ ਆ। ਫਿਰ ਆਕਾਸ਼ ਵੀ ਜਿਹੜਾ ਹੈ ਖਿੜਿਆ ਜਾਪਦਾ, ਧਰਤੀ ਵੀ ਖੜਾ ਹੋਵੇ ਜਾਪਦੀ ਆ, ਕਿਉਂਕਿ ਉਹਨੂੰ ਆਤਮ ਪ੍ਰਕਾਸ਼ ਜਿਹੜਾ ਪ੍ਰਾਪਤ ਹੋ ਜਾਂਦਾ ਹੈ। ਹਾਂ, ਗੁਰ ਪੂਰੇ ਸੰਤੋਖਿਆ ਪਾਈ। ਪੂਰੇ ਗੁਰੂ ਨੇ ਸੰਤੋਖਿਆ ਦਾ ਅਰਥ ਤ੍ਰਿਪਤ ਕਰ ਦਿੱਤਾ। ਸੰਤੋਖ ਦਾ ਅਰਥ ਹੈ ਰਜੇਵਾਂ, ਉਸ ਨੇ ਤ੍ਰਿਪਤ ਕਰ ਦਿੱਤਾ। ਇਹ ਨਿਸ ਲਾਗਾ ਪਾਓ। ਇਹ ਦਿਨ ਨਿਸ ਰਾਤ, ਦਿਨ ਰਾਤ ਪ੍ਰੇਮ ਲੱਗਾ ਰਹਿੰਦਾ। ਉਹ ਇੱਕ ਗੱਲ ਹੀ ਮੰਗਦਾ, ਕਹਿੰਦੇ ਨੇ ਉਹ ਸਿੱਖ ਹੁੰਦਾ ਮੋਰ ਵਰਗਾ। ਮੋਰ ਇਹ ਨਹੀਂ ਕਹਿੰਦਾ ਕਿ ਬੱਦਲ ਪਵੇਗਾ ਹੀ ਤੇ ਨੱਚਾਂਗਾ, ਉਹ ਕਹਿੰਦਾ ਨਹੀਂ ਦਿਸਦਾ, ਦਰਸ਼ਨ ਮੇਲੇ ਹੀ ਬਸ, ਦਰਸ਼ਨ ਮੇਲੇ ਹੀ ਬਹੁਤ ਨੇ। ਮੋਰ ਉਹਨੂੰ ਬੱਦਲ ਕੁਝ ਖਾਣ ਲਈ ਦਿੰਦਾ, ਕੁਝ ਪੀਣ ਲਈ ਦਿੰਦਾ ਨਾ। ਬੱਦਲ ਆਇਆ, ਮੋਰੀ ਰੁਣ ਚੁਣ ਲਾਇਆ, ਪੈਣੇ ਸਾਹਮਣੇ ਆਇਆ, ਤੇਰੇ ਮੁੰਦ ਕਟਾਰੇ ਜੇ ਬੜਾ ਤਨ ਲੋਭੀ ਲੋਭ ਲੁਭਾਇਆ। ਤੇਰੇ ਦਰਸ਼ਨ ਵਿਟੋਂ ਖੰਨੀਆਂ ਵੰਜਾਂ, ਤੇਰੇ ਨਾਮ ਵਿਟੋਂ ਕੁਰਬਾਨੋ, ਜਾਂ ਤੂੰ ਤਾਂ ਮੈਂ ਮਾਣ ਕੀਆ ਹੈ, ਤੁਧੁਨ ਕਿਹਾ ਮੇਰਾ ਮਾਨੋ। ਦਰਸ਼ਨ ਕਰਕੇ ਦਰਸ਼ਨ ਦੇਖਤ ਦੋਖ ਨਸੇ, ਦਾਤਿਆ ਤੇਰੇ ਦੀਦਾਰ ਹੋਗਾ। ਤਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ। ਤ੍ਰਿਪਤੀ ਮਿਲਦੀ ਹੈ ਦੀਦਾਰ ਕਰਕੇ। ਹਰ ਨਾਮ ਰੰਗੇ ਅਭਰਨੇ, ਪ੍ਰਮਾਤਮਾ ਦਾ ਰੰਗ ਮਿਲ ਜਾਏ ਤ੍ਰਿਪਤੀ ਹੋ ਜਾਂਦੀ ਹੈ। ਹਾਂ, ਰਸਨਾ ਰਾਮ ਰਵੈ ਸਦਾ ਪਾਈ। ਰਸਨਾ ਹਮੇਸ਼ਾ ਪ੍ਰਮਾਤਮਾ ਦਾ ਨਾਮ ਉਚਾਰਨ ਕਰਦੀ ਹੈ। ਸਾਚਾ ਸਾਧ ਸੁਆਓ। ਇਹ ਦੁਨੀਆ ਦੇ ਸਵਾਦ ਤੇ ਫਿੱਕੇ ਨੇ, ਪਰ ਉਹ ਸੱਚਾ ਸਵਾਦ, ਇਹ ਜੀਵਨ ਦਾ ਮਨੋਰਥ ਸੁਭਾਅ ਬਣ ਜਾਂਦਾ ਹੈ। ਕਰਨੀ ਸੁਣ ਸੁਣ ਜੀਵਿਆ ਪਾਈ। ਉਹ ਜਿਉਂਦਾ ਕੰਨਾਂ ਨਾਲ ਸੁਣ ਸੁਣ ਕੇ, ਅਸੀਂ ਜਿਉਂਦੇ ਆ ਖਾ ਖਾ ਕੇ, ਪੀ ਪੀ ਕੇ, ਖਾਦਿਆਂ ਪੀਤਿਆਂ ਬਿਨਾਂ ਤੇ ਮਰ ਜਾਵਾਂਗੇ। ਪਰ ਉਹ ਜਿਉਂਦੇ ਨੇ ਸੁਣ ਸੁਣ ਕੇ ਕਿਹਾ, ਸੁਣ ਸੁਣ ਜੀਵਾਂ ਤੇਰਾ ਨਾਮ, ਦਾਤਾ ਤੇਰਾ ਨਾਮ ਸੁਣਦਾ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾ। ਉਹ ਸੁਣਦਾ ਤੇ ਜੀਵਨ ਮਿਲਦਾ ਹੈ। ਹਾਂ, ਨਿਹਚਲ ਪਾਇਆ ਥਾਓ। ਉਸ ਨੂੰ ਥਾਂ ਉਹ ਮਿਲ ਗਿਆ ਜਿਹੜਾ ਅਟਲ ਹੈ। ਇਹ ਕਿਰਾਏ ਦਾ ਮਕਾਨ ਨਹੀਂ ਕਿ ਕੱਲ ਆਏਗਾ ਤੇ ਘਰੋਂ ਬਾਹਰ ਕੱਢ ਦੇਵੇਗਾ, ਨਹੀਂ। ਅਟਲ ਥਾਂ ਹੈ, ਆਪਣਾ ਥਾਂ ਹੈ, ਨਿਜ ਘਰ ਹੈ, ਉਹਨੂੰ ਹੀ ਸੱਚਖੰਡ ਆਖਿਆ। ਉੱਥੇ ਦਾ ਵਾਸੀ ਬਣਦਾ। ਬੇਗਮਪੁਰਾ शहर को नाओ, दुखियों दो नहीं ते ठाओ। न तस्वीस खराज न माल, खौफ न खता न तरस जवाल। अब मोह वो खूब वतन का पाए, वहाँ खैर
ਸਦਾ ਮੇਰੇ ਭਾਈ ਅਟਲ ਟਿਕਾਣਾ ਮਿਲਦਾ ਹੈ। ਹਾਂ, ਜਿਸ ਪਰ ਤੀਤ ਨਾ ਆਵਈ ਭਾਈ। ਕਿ ਜਿਸ ਨੂੰ ਇਹ ਸ਼ਰਧਾ ਨਾ ਆਵੇ, ਮਨ ਹਿੱਲਿਆ ਹੋਵੇ, ਤੇ ਫਿਰ ਸ਼ਰਧਾ ਨਹੀਂ ਆਉਂਦੀ। ਆਪਣੇ ਆਪਣੇ ਹਿਰਦਿਆਂ ਨੂੰ ਵੇਖ ਕੇ ਜਾਈਏ। ਸ਼ੀਸ਼ੇ ਦੇ ਸਾਹਮਣੇ ਘਰ ਗਏ ਹੋਵਾਂਗੇ, ਹਰ ਬੰਦਾ ਜਾਂਦਾ, ਕਿਤੇ ਵੀ ਜਾਂਦਾ ਨਾ, ਦਸਤਾਰ ਹੀ ਵੇਖ ਲਏਗਾ। ਤੇ ਬੀਬੀਆਂ ਬਾਰੇ ਤੇ ਕਿਹਾ ਕਿ ਆਪਣਾ ਰੂਪ ਦੇਖ ਵੇਖ ਕੇ ਇਸਤਰੀਆਂ ਨੇ ਸਾਰਾ ਜੀਵਨ ਵੇ ਬਤੀਤ ਕਰ ਦਿੱਤਾ। ਵੇਦ ਪੜੇ ਪੜ ਪੰਡਤ ਮੂੰਹ ਹੈ, ਰੂਪ ਦੇਖ ਦੇਖ ਨਾਰੀ। ਵੇਖਨੇ ਆ ਸ਼ੀਸ਼ੇ 'ਚ ਤਾਂ ਮੂੰਹ ਵੇਖ ਕੇ ਆਏ, ਇੱਥੇ ਮਨ ਵੇਖਣ ਵਾਸਤੇ ਅਸੀਂ ਆਏ ਹਾਂ। ਮਨ ਵੇਖੋ ਕਿ ਮੇਰੇ ਅੰਦਰ ਸ਼ੱਕ ਹੈ ਕਿ ਸ਼ਰਧਾ। ਜੇ ਤੇ ਅੰਦਰ ਸ਼ੱਕ, ਤੇ ਰੱਬ ਪਤਾ ਨਹੀਂ ਹੈ ਕਿ ਨਹੀਂ। ਆਇਆ ਚਲੋ ਜੇ ਮਿਲ ਗਿਆ ਕੁਝ ਤਾਂ ਵੀ ਠੀਕ, ਨਾ ਮਿਲਿਆ ਤੇ ਫਿਰ ਹੋਰ ਕੋਈ ਘਰ ਵੇਖਾਂਗੇ। ਸ਼ੱਕ। ਤੇ ਜਿਹੜੇ ਸ਼ਰਧਾ ਵਾਲੇ ਨੇ ਉਹ ਕਹਿੰਦੇ ਨੇ ਆ ਗਿਆ, ਤੇਰੇ ਦਰ ਤੇ ਬੈਠ ਗਿਆ, ਖਾਲੀ ਨਹੀਂ ਮੈਂ ਜਾਣਾ। ਦੋ ਭਿਖਾਰੀ ਸਨ, ਇੱਕ ਤੇ ਦਰ ਦਰ ਮੰਗਦਾ ਫਿਰਿਆ, ਉਹਨੂੰ ਤੇ ਕੁਛ ਵੀ ਨਾ ਮਿਲਿਆ। ਇੱਕ ਬੈਠਾ ਸੀ, ਉਹਨੂੰ ਬਹੁਤ ਮਿਲਿਆ, ਤੇ ਉਹ ਦੂਜੇ ਨੂੰ ਕਹਿਣ ਲੱਗਾ ਆ ਜਾ ਤੂੰ ਵੀ ਖਾ ਲੈ। ਕਹਿਣ ਲੱਗਾ ਤੂੰ ਕਿਤੇ ਗਿਆ ਨਹੀਂ? ਕਹਿਣ ਲੱਗਾ ਬਸ ਮਾਲਕ ਆਇਆ, ਦੋ ਚਾਰ ਵਾਰੀ ਉਹਨੇ ਵੇਖਿਆ ਇਹ ਤੇ ਬੈਠਾ, ਇਹਨੇ ਜਾਣਾ ਹੀ ਕਿਤੇ ਨਹੀਂ, ਉਹ ਦੇ ਗਿਆ ਮੈਨੂੰ। ਜੋ ਕੁੱਤਾ ਦਰ ਦਰ ਫਿਰੇ, ਦਰ ਦਰ ਦੁਰ ਦੁਰ ਹੋਏ, ਜੇਕਰ ਇੱਕ ਦਾ ਹੋਏ ਰਹੇ ਤਾਂ ਕਿਉਂ ਦੁਰ ਦੁਰ ਹੋਏ। ਜਿਹੜੇ ਇੱਕ ਥਾਂ ਤੇ ਬੈਠ ਗਏ, ਪ੍ਰਤੀਤ ਆ ਗਈ, ਸ਼ਰਧਾ ਆ ਗਈ, ਇਸ ਘਰ 'ਚ ਸਭ ਕੁਝ ਹੈ, ਇੱਥੋਂ ਮੈਂ ਖਾਲੀ ਨਹੀਂ ਜਾਣਾ, ਮੈਂ ਹਾਂ ਹੀ ਇਸੇ ਘਰ ਜੋਗਾ। ਇੱਥੇ ਤੱਕ ਕਿਹਾ ਜੇ ਪ੍ਰਤੀਤ ਨਾ ਆਵੇ ਨਾ, ਕਿਹਾ ਨਾਨਕ ਜਿਨ ਕੋ ਪ੍ਰਤੀਤ ਨਹੀਂ, ਹਰ ਕਹਿਰੀ ਸੇ ਕਿਆ ਕਥੈ ਗਿਆਨ ਹੈ। ਉਹਨੇ ਗਿਆਨ ਕੀ ਕਥਨਾ ਤੇ ਉਸਨੇ ਸੁਣਨਾ ਕੀ ਹੈ? ਪਹਿਲੀ ਗੱਲ ਸ਼ਰਧਾ। ਸ਼ਰਧਾ ਹੈ ਤੇ ਸਾਡਾ ਭਾਂਡਾ ਸਿੱਧਾ ਤੇ ਕੁਝ ਪੈ ਵੀ ਜਾਏਗਾ, ਤੇ ਜੇ ਸ਼ੱਕ ਹੈ ਤੇ ਭਾਂਡਾ ਉਲਟਾ। ਤੇ ਭਾਵੇਂ ਬੱਦਲ ਕਿੰਨਾ ਬਰਸ ਜਾਏ, ਉਲਟੇ ਭਾਂਡੇ ਉਂਦੇ ਭਾਂਡੇ ਕਛ ਨ ਸਮਾਵੈ, ਸੀਧੇ ਅੰਮ੍ਰਿਤ ਪਰੇ ਨਿਹਾਰ। ਕਿਹਾ ਜਿਨ੍ਹਾਂ ਦੇ ਅੰਦਰ ਪ੍ਰਤੀਤ ਨਹੀਂ, ਉਹਨਾਂ ਦਾ ਕੀ ਹਾਲ ਹੈ। ਸੋ ਜੀੜਾ ਜਲ ਜਾਓ, ਉਹ ਜੀੜਾ ਤੇ ਸੜ ਜਾਂਦਾ, ਜਲ ਜਾਂਦਾ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਹੀਂ ਥਾਉ। ਬਹੁ ਗੁਣ ਮੇਰੇ ਸਾਹਿਬੈ ਪਾਈ, ਹਉ ਤਿਸ ਕੈ ਬਲ ਜਾਓ। ਬੜੇ ਗੁਣ ਨੇ ਮੇਰੇ ਪਿਆਰੇ ਵਿੱਚ, ਅੰਤ ਹੀ ਨਹੀਂ, ਮੈਂ ਉਸ ਤੋਂ ਬਲਹਾਰ ਜਾਂਦਾ ਹਾਂ। ਹਾਂਜੀ, ਉਹ ਨਿਰਗੁਣਿਆਰੇ ਪਾਲ ਦਾ ਪਾਈ, ਦੇ ਨਿਥਾਵੇ ਥਾਓ। ਉਹ ਗੁਣਹੀਣਾਂ ਨੂੰ ਵੀ ਪਾਲਦਾ, ਨਿਗੁਣਿਆਂ 'ਚ ਵੀ ਗੁਣ ਪੈਦਾ ਕਰ ਦਿੰਦਾ, ਨਥਾਵਿਆਂ ਨੂੰ ਥਾਂ ਦੇ ਦਿੰਦਾ ਹੈ। ਰਿਜਕ ਸੰਭਾਹੇ ਸਾਸ ਸਾਸ ਪਾਈ, ਗੂੜਾ ਜਾ ਕਾ ਨਾਉ। ਉਹਦਾ ਨਾਮ ਬੜਾ ਸੋਹਣਾ, ਗੂੜਾ ਲਾਲ, ਪੱਕਾ ਰੰਗ ਹੈ, ਪੱਕਾ ਪਿਆਰ ਹੈ ਉਹਦਾ ਨਾਮ ਰੰਗ ਬਹੁਤ ਗੂੜਾ ਹੈ। ਜਿਸ ਗੁਰ ਸਾਚਾ ਭੇਟੀਐ ਭਾਈ, ਪੂਰਾ ਤਿਸ ਕਰਮਾਓ। ਜਿਸ ਨੂੰ ਗੁਰੂ ਪੂਰਾ ਮਿਲ ਜਾਏ, ਪਰ ਮਿਲਦਾ ਉਸ ਨੂੰ ਹੈ ਜਿਹਦੇ ਕਰਮ ਪੂਰੇ ਹੋਣ, ਭਾਗ ਹੋਣ। ਕਰਮ ਭਾਣ ਸੰਗਤਨ ਸੰਗਾਨੇ, ਕਾਸ ਲੋ ਉਧਾਰਿਓ। ਪੂਰੇ ਭਾਗਾਂ ਨਾਲ ਮਿਲਦਾ ਹੈ। ਇਸ ਬਿਨ ਘੜੀ ਨਾ ਜੀਵੀਐ ਪਾਈ, ਸਰਬ ਕਲਾ ਭਰ। ਉਹ ਸਾਰੀਆਂ ਸ਼ਕਤੀਆਂ ਨਾਲ ਭਰਪੂਰ ਹੈ, ਉਸ ਬਿਨਾਂ ਤੇ ਘੜੀ ਵੀ ਨਹੀਂ ਜੀਵਿਆ ਜਾ ਸਕਦਾ। 24 ਮਿੰਟ ਦੀ ਹੁੰਦੀ ਘੜੀ, ਇਹ 24 ਮਿੰਟ ਦਾ ਟਾਈਮ ਹੈ। ਘੜੀ ਵੀ ਜਿਉਣਾ ਬੜਾ ਮੁਸ਼ਕਲ ਹੈ, ਪਰ ਸਾਰੀ ਉਮਰ ਗੁਜ਼ਾਰ ਦਿੰਦੇ ਆ, ਹਾਏ ਹਾਏ ਕਰਦੇ ਹਾਂ। ਗੁਰੂ ਸਾਹਿਬ ਕਹਿੰਦੇ ਨੇ ਇਹ ਕੋਈ ਜੀਵਨ ਹੈ, ਬਿਸ਼ਰਤ ਕਿਉਂ ਜੀਵੇ ਉਹ ਜੀਵਨ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਉਸ ਬਿਨ ਤੇ ਨਹੀਂ ਜੀਵਿਆ ਜਾ ਸਕਦਾ। ਸਾਸ ਗਿਰਾਸ ਨ ਵਿਸਰੈ ਪਾਈ, ਸਵਾਸ ਲੈਂਦਿਆਂ ਤੇ ਗਰਾਸ ਖਾਂਦਿਆਂ ਰੱਬ ਨਾ ਭੁੱਲੇ। ਵੇਖੋ ਜ਼ੁਬਾਨ ਨੂੰ ਜਿਹੜੀ ਚੀਜ਼ ਲੱਗ ਗਈ ਝੂਠੀ ਹੋ ਗਈ,
ਤੇ ਵਾਹਿਗੁਰੂ ਵਾਹਿਗੁਰੂ ਤੇ ਆਪਣੇ ਜ਼ਬਾਨ ਨਾਲ ਇਹ ਵੀ ਝੂਠਾ ਹੋ ਗਿਆ ਹੋਵੇਗਾ? ਨਹੀਂ, ਵਾਹਿਗੁਰੂ ਝੂਠਾ ਨਹੀਂ ਹੁੰਦਾ, ਸਾਡੀ ਰਸਨਾ ਨੂੰ ਪਵਿੱਤਰ ਕਰ ਜਾਂਦਾ। ਨਾਮ ਕਹੇ ਤੋ ਗੋਬਿੰਦ ਕਾ ਸੂਚੀ ਭਈ ਰਸਨਾ। ਇਸ ਲਈ ਕਦੇ ਸ਼ੱਕ ਨਾ ਕਰਨਾ। ਸਵਾਸ ਲੈਂਦਿਆਂ ਵੀ ਉਹਨੂੰ ਯਾਦ ਕਰੋ, ਗਰਾਸ ਗਰਾਈਆਂ ਖਾਂਦਿਆਂ ਵੀ ਉਸ ਨੂੰ ਯਾਦ ਕਰੋ। ਵੇਖੋ ਸਦਾ ਹਜੂਰ, ਉਹਨੂੰ ਮੈਂ ਸਦਾ ਵਾਸਤੇ ਹੀ ਮੈਂ ਤੇ ਹਜ਼ੂਰ ਵੇਖਣਾ। ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਸਾਧੂ ਸੰਗ ਮਿਲਾਇਆ ਪਾਈ, ਮਿਲਦਾ ਕਿੱਥੇ ਹੈ? ਗੁਰੂ ਦੀ ਸੰਗਤ ਵਿੱਚ, ਸਾਧ ਸੰਗਤ ਵਿੱਚ ਉਸ ਨਾਲ ਮੇਲ ਹੋਇਆ, ਮਿਲਾ ਦਿੱਤਾ ਹੈ। ਸਰਬ ਰਹਿਆ ਭਰਪੂਰ, ਹੁਣ ਜਦੋਂ ਇੱਥੇ ਵੇਖਿਆ ਫਿਰ ਬਾਹਰ ਨਿਕਲਿਆ, ਫਿਰ ਹੁਣ ਬਾਹਰ ਵੀ ਦਿਸਦਾ। ਅੰਤਰ ਬਸੈ ਬਾਹਰ ਵੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਜਿਨਾ ਪ੍ਰੀਤ ਨ ਲੱਗੀਆ ਪਾਈ, ਸੇ ਨਿਤ ਨਿਤ ਮਰਦੇ ਝੂਰ। ਜਿਨ੍ਹਾਂ ਨੂੰ ਪ੍ਰੀਤੀ ਉਹਦੇ ਨਾਲ ਨਹੀਂ ਲੱਗੀ, ਉਹ ਤੇ ਨਿਤ ਹੀ ਝੁਰਦੇ ਝੁਰਦੇ ਹੀ ਮਰ ਜਾਂਦੇ ਹਨ। ਅੰਚਲ ਲਾਏ ਤਰਾਇਆ ਪਾਈ, ਭਉਜਲ ਦੁਖ ਸੰਸਾਰ। ਭਉਜਲ ਦੁੱਖ ਹੈ, ਇਹ ਸੰਸਾਰ ਦੁੱਖਾਂ ਦਾ ਸਾਗਰ ਹੈ। ਅੰਚਲ ਹੁੰਦਾ ਪੱਲਾ, ਕਿ ਸਾਨੂੰ ਰੱਬ ਦੇ ਪੱਲੇ ਲਾ ਦਿੱਤਾ ਤੇ ਸਾਨੂੰ ਤਾਰ ਦਿੱਤਾ। ਕਿੱਥੇ ਸਾਡੇ ਦੇਸ਼ ਦੇ ਵਿਦਵਾਨਾਂ ਕਿਹਾ ਸੀ, ਗਊ ਦਾਨ ਕਰੋ ਤੇ ਗਊ ਦੀ ਪੂਛ ਫੜ ਕੇ ਪਾਰ ਹੋ ਜਾਓਗੇ। ਸਤਿਗੁਰਾਂ ਨੇ ਨਾ ਕਮਾਲ ਹੀ ਕਰ ਦਿੱਤੀ। ਉਹ ਕਹਿੰਦੇ ਸਨ ਗਊ ਦੀ ਪੂਛ ਫੜ ਕੇ ਪਾਰ ਹੋਵੋਗੇ। ਕੁਰੂਕਸ਼ੇਤਰ ਦੀ ਗੱਲ ਹੈ, ਸੂਰਜ ਗ੍ਰਹਿਣ। ਸਤਿਗੁਰਾਂ ਨੇ ਇਸ਼ਾਰਾ ਕੀਤਾ ਕਿ ਗਧਾ ਲੈ ਆਂਦਾ। ਕਹਿਣ ਲੱਗੇ ਅਸੀਂ ਗਧਾ ਦਾਨ ਕਰਨ। ਬੜੇ ਨਾਰਾਜ਼ ਹੋਏ, ਕਹਿਣ ਲੱਗੇ ਜੀ ਗਾਂ। ਕਹਿਣ ਲੱਗੇ ਗਾਂ ਨਹੀਂ, ਸ਼ਰਧਾ ਦੀ ਗੱਲ ਹੈ। ਜਦੋਂ ਨਾ ਮੰਨੇ ਤੇ ਸਤਿਗੁਰਾਂ ਇੱਕ ਬਹੁਤ ਭਾਰਾ ਕੋ 20 ਤੋਲੇ ਦਾ ਸੋਨੇ ਦਾ ਹਾਰ ਉਹਦੇ ਗਲ 'ਚ ਬੰਨ੍ਹ ਦਿੱਤਾ। ਕਹਿਣ ਲੱਗੇ ਵੀ ਨਾਲ ਹੀ ਦਾ, ਹੁਣ ਬਹੁਤ ਆ ਗਿਆ, ਮੈਨੂੰ ਦੇ ਦਿਓ, ਮੈਨੂੰ ਦੇ ਦਿਓ। ਕਹਿਣ ਲੱਗੇ ਆਪ ਵੀ ਡੁੱਬੇਗਾ, ਤੁਹਾਨੂੰ ਵੀ ਡੁੱਬੇਗਾ, ਬਸ ਸੋਨੇ ਵਾਸਤੇ। ਉਹ ਪਸ਼ੂਆਂ ਦੀਆਂ ਪੂਛਾਂ ਨਾ ਫੜੋ, ਤਰਨਾ ਤੇ ਗੁਰੂ ਦਾ ਪੱਲਾ ਫੜੋ। ਅੰਚਲ ਗਏ ਕੇ ਸਾਧਕਾ, ਤਰਨਾ ਇਹ ਸੰਸਾਰ। ਅੰਚਲ ਲਾਏ ਤਰਾਇਆ, ਭਉਜਲ ਦੁੱਖ ਸੰਸਾਰ। ਇਹ ਦੁੱਖ ਸੰਸਾਰ ਕਿ ਲੈ ਰੱਬ ਦਾ ਫੱਲਾ ਫੜ ਲੈ, ਦੁੱਖ ਸੰਸਾਰ ਆਵੇਗਾ ਹੀ ਨਹੀਂ। ਕਰ ਕਿਰਪਾ ਨਦਰ ਨਿਹਾਲਿਆ ਪਾਈ, ਕੀ ਤੋਨ ਅੰਗ ਅਪਾਰ। ਕਿਰਪਾ ਕਰਕੇ ਨਿਹਾਲਿਆ ਦਾ ਅਰਥ ਹੁੰਦਾ ਵੇਖਿਆ। ਇਹੋ ਗੱਲ ਭਾਈ ਨੰਦ ਲਾਲ ਨੇ ਕਹੀ ਸੀ, ਯਕ ਨਿਗਾਹ ਹੈ। ਨਜ਼ਰ ਭਰ ਕੇ ਵੇਖਦੇ ਹੋ, ਇਹਦੀ ਲੋੜ ਆ, ਜਾਨ ਲੈ ਲਓ। ਨਜ਼ਰ ਭਰ ਕੇ ਵੇਖੋ, ਮੇਰਾ ਸਿਰ ਲਾ ਲਓ। ਕਹਿੰਦੇ ਨੇ ਗੁਫਤਮ ਕੇ ਜਾਂਦੇ ਹਮ ਵਜ਼ੇ ਯਕ ਨਿਗਾਹੇ ਤੋ ਬਗੁਫਤਾ। ਉਹਨਾਂ ਆਖਿਆ ਮਿਆਨੇ ਮਾਤੋ ਸੌਦਾ ਨਾ ਮੈਂ ਸ਼ਬਦ। ਇਹ ਸੌਦਾ ਨਹੀਂ ਬਣਦਾ, ਗੁਰੂ ਦੁਕਾਨਦਾਰ ਨਹੀਂ। ਇਹ ਨਜ਼ਰ ਕਿਰਪਾ ਨਾਲ ਮਿਲਦੀ ਹੈ, ਦਇਆ ਨਾਲ ਮਿਲਦੀ ਹੈ, ਸੌਦਾ ਨਹੀਂ ਹੁੰਦਾ। ਇਹਦੇ ਨਾਲ ਤੇ ਕਰੋੜਾਂ ਦਾ ਨਿਸਤਾਰਾ ਹੋ ਜਾਏਗਾ। ਤੂੰ ਨਜ਼ਰ ਦਾ ਮੁੱਲ ਦੇਣਾ, ਮੁੱਲ ਨਾ ਦੇ। ਉਹਨੇ ਕਿਰਪਾ ਕਰਕੇ ਨਜ਼ਰ ਕਰਕੇ ਵੇਖਿਆ। ਨਾਨਕ ਨਦਰੇ ਨਦਰ ਨਿਹਾਲ ਕੀਰਤਨ ਅੰਗ ਅਪਾਰ। ਅੰਗ ਪੱਖ ਕੱਲ ਵਿਚਾਰ ਕਰਦੇ, ਰਿਆਇਤ ਰਛਿਆ, ਰਿਆਇਤ ਆ ਗਿਆ, ਰਿਆਇਤ ਅੰਗ ਅਪਾਰ। ਅਪਾਰ ਪੱਖ ਕੀਤਾ, ਸਹਾਇਤਾ ਕੀਤੀ, ਰਿਆਇਤ ਦਿੱਤੀ, ਰੱਖਿਆ ਕੀਤੀ। ਹਾਂਜੀ, ਮਨ ਤਨ ਸੀਤਲ ਹੋਇਆ ਪਾਈ, ਭੋਜਨ ਨਾਮ ਆਧਾਰ। ਤਨ ਮਨ ਸੜਦਾ ਪਿਆ ਸੀ, ਸੀਤਲ ਹੋ ਗਿਆ। ਨਾਮ ਦਾ ਅਪਾਰ ਭੋਜਨ ਮਿਲ ਗਿਆ। ਜਨਮਾਂ ਜਨਮਾਂ ਦੀ ਭੁੱਖ ਮੁੱਕ ਗਈ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਸਭ ਭੁੱਖਾਂ ਮੁੱਕ ਗਈਆਂ। ਇਹ ਭੋਜਨ ਅਪਾਰ ਭੋਜਨ ਮਿਲ ਗਿਆ। ਨਾਨਕ ਤਿਸ ਸਰਨਾਗਤੀ ਪਾਈ, ਜੇ ਕਿਲ ਬਿਖ ਕਾਟਨ ਹਾਰ। ਸਾਹਿਬ ਕਹਿੰਦੇ ਨੇ ਮੈਂ ਉਸ ਦੀ ਸ਼ਰਨ ਵਿੱਚ ਹਾਂ, ਸ਼ਰਨਾਗਤੀ ਹਾਂ, ਸ਼ਰਨ ਵਿੱਚ ਹਾਂ। ਕਿਸ ਦੀ ਸ਼ਰਨ ਵਿੱਚ ਹਾਂ? ਜਿਹੜਾ ਕਿਲ ਵਿਖਾਉਂਦੇ ਨੇ ਪਾਪ, ਪਾਪ ਕੱਟਣ ਹਾਰ ਹੈ। ਮੈਂ ਉਸ ਦੀ ਸ਼ਰਨ ਵਿੱਚ ਹਾਂ। ਕੱਲ ਵੀ ਥੋੜਾ ਜ਼ਿਕਰ ਕੀਤਾ ਸੀ। ਗੁਰੂ ਦਾ ਬਾਗ ਉਹ ਸਥਾਨ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਜਾ ਕੇ ਰਹੇ। ਸਿੱਖਾਂ ਬੜੀ ਸੇਵਾ ਕੀਤੀ।
ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਰਹੇ 9 ਮੰਜ਼ਲਾ ਗੁਰਦੁਆਰਾ ਵੀ ਸਿੱਖਾਂ ਬਣਾ ਦਿੱਤਾ ਸੀ। ਨਵੀਂ ਪਾਤਸ਼ਾਹ ਦੀ ਯਾਦ ਵਿੱਚ ਮੁਗਲ ਰਾਜ ਦੇ ਅੰਤ ਵੇਲੇ ਉਹ ਢਾਹ ਦਿੱਤਾ। ਸਿੱਖ ਰਾਜ ਵੇਲੇ ਫਿਰ ਗੁਰਦੁਆਰੇ ਬਣੇ, ਬੜੀਆਂ ਜਾਇਦਾਦਾਂ ਲੱਗੀਆਂ। ਮਹੰਤਾਂ ਨੂੰ ਸੇਵਾ ਮਿਲੀ। ਮਹੰਤ ਸੁੰਦਰਦਾਸ, ਖੈਰ ਉਹ ਤੇ ਕਮੇਟੀ ਨਾਲ ਐਗਰੀ ਹੋ ਗਿਆ ਸੀ। ਉਹਨੂੰ ਕਿਹਾ ਤੂੰ ਕਰੈਕਟਰਹੀਨ ਹੈ, ਇੱਕ ਔਰਤ ਨਾਲ ਸ਼ਾਦੀ ਕਰ ਲਈ। ਆਨੰਦ ਕਾਰਜ ਕਰ ਲਿਆ। ਅਕਾਲ ਤਖਤ ਆ ਕੇ ਅੰਮ੍ਰਿਤਪਾਨ ਕੀਤਾ। ਉਹਦਾ ਆਪਣਾ ਨਾਂ ਜੋਗਿੰਦਰ ਸਿੰਘ ਰੱਖਿਆ ਗਿਆ, ਘਰ ਦੀ ਦਾ ਨਾਂ ਗਿਆਨ ਕੌਰ ਰੱਖਿਆ ਗਿਆ। ਮੈਨੂੰ ਇੰਝ ਜਾਪਦਾ ਬ੍ਰਿਟਿਸ਼ ਗਵਰਨਮੈਂਟ ਮਹੰਤਾਂ ਨੂੰ ਆਪ ਖੜੇ ਕਰ ਰਹੀ ਸੀ। ਇਹਨਾਂ ਨੇ ਤੇ ਇੱਥੇ ਉਦੋਂ ਉਸ ਰਾਜ ਵੇਲੇ ਵਾਹਿਗੁਰੂ ਵਾਹਿਗੁਰੂ। ਥੋੜੇ ਦਿਨਾਂ ਬਾਅਦ ਹਰਮੰਦਰ ਸਾਹਿਬ ਈਸਾਈ ਧਰਮ ਦੇ ਪ੍ਰਚਾਰ ਦਾ ਕੇਂਦਰ ਹੋ ਗਏ। ਜੁੱਤੀ ਸੁੱਟ ਦਿੰਦੀ ਸੀ ਇੱਕ ਔਰਤ ਤੇ ਕੁੱਤਾ ਭੇਜਦੀ ਸੀ ਮੇਮ। ਸਿੱਖਾਂ ਨੇ ਕਿਹਾ ਸਾਡੀ ਅਣਖ ਨੂੰ ਹੱਥ ਨਾ ਪਾ। ਸਿੱਖ ਕੱਲ ਦਾ ਦਿਨ ਸੀ 8 ਅਗਸਤ, 5 ਸਿੰਘ ਗਏ ਸਨ ਲੱਕੜਾਂ ਕੱਟਣ, ਗ੍ਰਿਫਤਾਰ ਕੀਤਾ। ਅੱਜ ਦੇ ਦਿਨ ਉਹਨਾਂ ਨੂੰ 6 ਮਹੀਨੇ ਦੀ ਸਜ਼ਾ ਤੇ ਜੁਰਮਾਨਾ ਵੀ ਸੁਣਾ ਦਿੱਤਾ। ਏਡੀ ਛੇਤੀ ਫੈਸਲਾ, ਇਹ ਮਿਲੀ ਭੁਗਤ। ਜਥੇ 12 ਤਰੀਕ ਤੋਂ ਸ਼ੁਰੂ ਹੋ ਗਏ ਸਨ ਜਾਣੇ। ਡਾਂਗਾਂ ਦੀਆਂ ਮਾਰਾਂ ਉਹ ਖਾਧੀਆਂ, ਗੁੱਝੀਆਂ ਸੱਟਾਂ ਨਾਲ ਹੀ। ਇੱਕ ਸਿੱਖ ਕਾਫੀ ਦੇਰ ਬਾਅਦ ਚੜ੍ਹਾਈ ਕਰ ਗਿਆ, ਉਹਨੂੰ ਸ਼ਹੀਦ ਹੀ ਆਖਿਆ। ਉਹਨਾਂ ਨੂੰ ਯਾਦ ਕਰਨਾ ਹੈ ਆਉਣ ਵਾਲੇ ਸਮੇਂ ਵਿੱਚ ਵਿਦਵਾਨ, ਜਿਵੇਂ ਜਿਵੇਂ ਸਮਾਂ ਹੋਵੇਗਾ। ਗੁਰੂ ਬਾਗ ਕਾ ਮੋਰਚਾ ਇਹ ਬਹੁਤ ਅਹਿਮ ਮੋਰਚਾ ਹੈ ਕਿ ਸਿੱਖਾਂ ਨੇ ਆਪਣਾ ਆਪਾ ਲੰਗਰ ਦੀਆਂ ਲੱਕੜਾਂ ਵਾਸਤੇ, ਸਿੱਖੀ ਦੀ ਅਣਖਿਆਣ ਵਾਸਤੇ, ਆਪਣਾ ਆਪਾ ਕੁਰਬਾਨ ਕਰਨ ਵਾਸਤੇ ਪੇਸ਼ ਕੀਤਾ। 2 ਦਿਨ ਹਾਜ਼ਰੀ ਭਰਦੇ ਹਾਂ, ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਖਿਮਾ ਕਰ ਦੇਣਾ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹਰਗੰਤੀ ਸਾਹਿਬ, ਉਹਨਾਂ ਦਾ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਸੰਗਤਾਂ ਦਾ ਪਾਵਨ ਅਸਥਾਨ ਦੀ ਚਰਨ ਧੂੜ ਗੁਰੂ ਰਾਮਦਾਸ ਬਖਸ਼ਦੇ ਰਹਿਣ। आओ आखिरी 2 पंक्तियां सरवण करो, फतेह गजाइए जी। ਮਨ ਤਨ ਸੀਤਲ ਹੋਇਆ ਭਾਈ, ਭੋਜਨ ਨਾਮ ਆਧਾਰ। ਨਾਨਕ ਤਿਸ ਸਰਨਾਗਤੀ ਪਾਈ, ਜੇ ਕਿਲ ਵਿਖ ਕਾਟਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।